जय गुरुदेव जय भीम। मैं राम चाहल। प्रोग्राम पहलों की तरह वीरवार हर वीरवार आप जी के रूबरू होईदा पकते मसले। पहलों की तरह मेरे नाल ने कुलवंत जी। जय गुरुदेव जय भीम। हाँ जी चाहल जी जय गुरुदेव जय भीम ते सारे देख रहे ਸਰੋਤਿਆਂ ਨੂੰ सत श्री अकाल। भगवंत जी जय गुरुदेव जय भीम जी। मेरे वालों आप सब ਨੂੰ मेरे ਸਰੋਤਿਆਂ ਨੂੰ जय गुरुदेव जय भीम जय इंसान। फिर दर्शकों जिवें तुहानूं पता है कि असी तीयां दा मेला करन जा रहे हैं और तुसीं बध चढ़ के हिस्सा पाओ। 4 तरीक नूं सैटरडे वाले दिन श्री गुरु रविदास कम्यूनिटी सेंटर डडली रोड विखे आप अपनी हाज़री लाओ। ओनली लेडीज़। थैंक यू वेरी मच। प्रोग्राम दा आगाज़ करन तो पहला असी बहुत सारिया इहो जिहियां गल्लां जदों करदे हां ਤਾਂ ਦਰਸ਼ਕ ਜਿਹੜੇ ਆ ਜੋ ਫੋਨ ਕਰਦੇ ਨੇ ਉਹ ਜਦੋਂ ਫੋਨ ਕਰਦੇ ਆ ਫਿਰ ਉਹ ਜ਼ਿਆਦਾਤਰ ਉਹ ਘਰ 'ਚ ਬੈਠੇ ਹੀ ਸੋਚਦੇ ਵੀ ਸਾਰੀ ਦੀ ਸਾਰੀ ਗੱਲ ਅਸੀਂ ਕਹਿ ਦਈਏ। ਪਿਛਲੀ ਵਾਰ ਬਹੁਤ ਟਰਾਈ ਕੀਤੀ ਸੀ 20 ਮਿੰਟ ਇੱਕ ਵਿਅਕਤੀ ਵੱਲੋਂ ਲੈ ਗਏ, ਲੇਕਿਨ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਜਿਸ ਨੇ ਵੀ ਫੋਨ ਕੀਤਾ ਉਸ ਦੀ ਗੱਲ ਨੂੰ ਉਸ ਨੂੰ ਸੈਟਿਸਫਾਈਡ ਕੀਤਾ ਜਾਏ, ਲੇਕਿਨ ਇੰਨਾ ਵੀ ਟਾਈਮ ਨਾ ਲਿਆ ਜਾਵੇ ਕਿ ਤੁਹਾਨੂੰ ਰੋਕਣ ਨੂੰ ਹੀ ਸਾਨੂੰ 20 ਮਿੰਟ ਲੱਗ ਜਾਣ। ਫੋਨ ਕੱਟੀਏ ਇਹ ਚੰਗਾ ਨਹੀਂ ਲੱਗਦਾ। ਸੋ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਕਾਲ ਕਰਨੀ ਉਹ ਟੂ ਦੀ ਪੁਆਇੰਟ ਗੱਲ ਕਰਨ। ਠੀਕ ਹੈ ਜੀ, ਵੱਧ ਵੀ ਸਮਾਂ ਲੱਗਦਾ ਲਾ ਸਕਦੇ ਹਾਂ, ਲੇਕਿਨ ਮੈਸੇਜ ਜਿਹੜਾ ਆ ਉਸ ਜਿਹੜਾ ਸਮਾਜ ਵਿੱਚ ਟੀਵੀ ਤੋਂ ਉਹੀ ਜਾਣਾ ਚਾਹੀਦਾ ਜਿਹੜਾ ਸਾਰੇ ਸਰਬ ਸਮਾਜ ਦੇ ਪੱਖ 'ਚ ਹੁੰਦਾ। ਇਸ ਲਈ ਕਾਲ ਕਰਦੇ ਹਾਂ ਇਸ ਗੱਲ ਦਾ ਖਿਆਲ ਰੱਖਿਆ ਕਰੋ ਕਿ ਹੋ ਸਕਦਾ ਸਾਨੂੰ ਤੁਹਾਡੇ ਨਾਲ ਗੱਲ ਕਰਨੀ ਪੈ ਜਾਵੇ, ਕਿਉਂਕਿ ਮੈਂ ਪ੍ਰੈਜੈਂਟਰ ਹੋਣ ਦੇ ਨਾਤੇ ਜ਼ਿੰਮੇਵਾਰੀ ਬਣ ਜਾਂਦੀ। ਅਗਰ ਕੋਈ ਗੱਲ ਇਹੋ ਜਿਹੀ ਰਹਿ ਗਈ ਤਾਂ ਜ਼ਿੰਮੇਵਾਰ ਫਿਰ ਮੈਂ ਹੋ ਜਾਣਾ। ਤਾਂ ਇਸ ਕਰਕੇ ਬੇਨਤੀ ਹੈ ਕਿ ਸੁਣ ਲਿਆ ਕਰੋ। ਜਿੰਨੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ, ਹੋ ਸਕਦਾ ਮੇਰੇ ਇੱਕ ਲਫ਼ਜ਼ ਕਹਿਣ ਦੇ ਨਾਲ ਗੱਲ ਮੁੱਕ ਗਈ ਹੋਵੇ, ਹੋ ਸਕਦਾ ਤੁਹਾਡੇ ਚੁੱਪ ਕਰਨ ਦੇ ਨਾਲ ਵੀ ਗੱਲ ਮੁੱਕ ਗਈ ਹੋਵੇ। ਸੋ ਵਿੱਚੋਂ ਫੋਨ ਨਾ ਸਾਨੂੰ ਕੱਟਣਾ ਪਵੇ। ਟੈਲੀਫੋਨ ਦੀਆਂ ਲਾਈਨਾਂ 10 ਮਿੰਟ ਨੂੰ 20 ਮਿੰਟ ਨੂੰ ਖੁੱਲ੍ਹ ਜਾਣਗੀਆਂ। ਬਹੁਤ ਸਾਰੀਆਂ ਗੱਲਾਂ ਆਪਣਾ ਕਰਨ ਵਾਲੀਆਂ ਉਹ ਵੀ ਕਰਾਂਗੇ। ਚੱਲਦੇ ਹਾਂ ਪ੍ਰੋਗਰਾਮ ਪੱਖ ਤੇ ਮਸਲੇ। ਮੋਗੇ ਵਿੱਚ ਅਕਾਲੀਆਂ ਦੇ ਇਕੱਠ ਵਿੱਚ ਕਿਸਾਨਾਂ ਨੇ ਭਰ ਕੇ ਰੋਸ ਮੁਜ਼ਾਹਰਾ ਕੀਤਾ। ਕੀ ਖਬਰ ਹੈ ਜੀ ਤੁਹਾਡੇ ਕੋਲ? ਚਾਹਲ ਜੀ ਮੋਗਾ ਵਿੱਚ ਅਕਾਲੀਆਂ ਦਾ ਭਾਰੀ ਇਕੱਠ ਹੋਇਆ, ਜਿਹੜਾ ਕਿ ਇੱਕ ਦਿਨ ਪਹਿਲਾਂ ਜਿਹੜਾ ਕਿ 100 ਦਿਨ ਲਈ ਉਹ ਚੋਣ ਰੈਲੀਆਂ ਕਰ ਰਹੇ ਨੇ ਤੇ ਉਹਦੇ ਵਿੱਚ ਲੋਕਾਂ ਦੀ ਵੀ ਕਾਫੀ ਬੜੀ ਭੀੜ ਸੀਗੀ ਤੇ ਉਹ ਤੇ ਅਗੇਂਸਟ ਜਿਹੜੇ ਲੋਕ ਜਿਹੜੇ ਕਿਸਾਨ ਮਤਲਬ ਉਹਨਾਂ ਦਾ ਵਿਰੋਧ ਕਰਨ ਲਈ ਵੀ ਉੱਥੇ ਜਿਹੜੇ ਆ ਬਹੁਤ ਸਾਰੇ ਪੁੱਜੇ ਹੋਏ ਸੀਗੇ ਜੀ। ਦੇਖੋ ਕਿਸਾਨਾਂ ਨੇ ਵਿਰੋਧ ਕੀਤਾ, ਉਹਨਾਂ ਨੂੰ ਕਿੱਦਾਂ ਕੁੱਟਿਆ ਗਿਆ, ਉਹਨਾਂ ਨੂੰ ਮਾਰਿਆ ਗਿਆ, ਈਵਨ ਲੋਕਾਂ ਦੀਆਂ ਪੱਗਾਂ ਲੱਥੀਆਂ, ਲੋਕਾਂ ਦੇ ਡਾਂਗਾਂ ਸੋਟੇ ਮਾਰ ਕੇ ਕਿੱਦਾਂ ਸਿਰ ਪਾੜੇ। ਉਹੀ ਸੇਮ ਜਿਹੜਾ ਕਰਨਾਲ ਦੇ ਵਿੱਚ ਕਾਰਾ ਹੋਇਆ ਸੀ ਕੁਝ ਦਿਨ ਪਹਿਲਾਂ ਖੱਟੜ ਸਰਕਾਰ ਦੇ, ਉਹੀ ਕੁਛ ਇੱਥੇ ਜਿਹੜਾ ਦੁਬਾਰਾ ਇਹ ਪੰਜਾਬ ਦੇ ਵਿੱਚ ਜਿਹੜਾ ਵਾਪਰ ਗਿਆ ਜੀ। ਦੇਖੋ ਇਹ ਸਭ ਕੁਛ ਜੇ ਹੋ ਰਿਹਾ ਤਾਂ ਕਿਉਂ ਹੋ ਰਿਹਾ, ਗੱਲ ਇੱਥੇ ਆ ਆਉਂਦੀ ਆ ਵੀ ਲੋਕ ਜੇ ਅੱਜ ਸੜਕਾਂ ਦੇ ਉੱਤੇ ਆਏ ਹੋਏ ਨੇ ਤਾਂ ਉਹ ਕਾਰਨ ਕੀ ਨੇ ਤੇ ਉਹ ਕਿਉਂ ਆਏ ਹੋਏ ਨੇ। ਕਿਉਂਕਿ ਇਹੀ ਉਹ ਲੀਡਰ ਨੇ ਜਿਨ੍ਹਾਂ ਨੇ ਅੱਜ ਲੋਕਾਂ ਨੂੰ ਸੜਕਾਂ 'ਤੇ ਲੈ ਆਂਦਾ। ਲੋਕ ਆਪਣੇ ਹੱਥਾਂ ਦੇ ਵਿੱਚ ਡਾਂਗਾਂ ਸੋਟੇ ਫੜ ਕੇ ਤਾਂ ਅੱਜ ਉਹ ਤੁਰੇ ਫਿਰਦੇ ਆ, ਚਾਹੇ ਉਹ ਇਹਨਾਂ ਦਾ ਵਿਰੋਧ ਕਰ ਰਹੇ ਆ। ਉਹਦੇ ਕਾਰਨ ਇਹੀ ਨੇ ਵੀ ਲੋਕਾਂ ਨੂੰ ਇਹਨਾਂ ਲੋਕਾਂ ਨੇ ਜਾਣੀ ਰੋਟੀ ਜੋਗਾ ਵੀ ਛੱਡਿਆ ਨਹੀਂ ਹੈਗਾ। ਅੱਜ ਉਹਨਾਂ ਦੇ ਚੁੱਲ੍ਹਿਆਂ ਦੀ ਜਿਹੜੀ ਅੱਗ ਆ ਉਹ ਠੰਡੀ ਦਿਸਦੀ ਆ ਹੋ ਰਹੀ। ਇਸ ਕਰਕੇ ਜਿਹੜੇ ਲੋਕ ਆ ਉਹ ਆਪਣਾ ਜਿਹੜਾ ਗੁੱਸਾ ਆ ਉਹ ਜ਼ਾਹਰ ਕਰ ਰਹੇ ਆ ਇਹਨਾਂ ਲੀਡਰਾਂ ਦੇ ਪ੍ਰਤੀ, ਕਿਉਂਕਿ ਲੀਡਰਾਂ ਨੇ ਪੰਜਾਬ ਦੇ ਵਿੱਚ ਵੀ ਕੁਛ ਨਹੀਂ ਛੱਡਿਆ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਵੀ ਕੁਛ ਨਹੀਂ ਛੱਡਿਆ। ਦੇਖੋ ਮੰਦਭਾਗੀਆਂ ਘਟਨਾਵਾਂ ਇਹ ਜਿਹੜੀਆਂ ਹੋ ਰਹੀਆਂ ਇਹਨਾਂ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਇਹ ਰਾਜ ਕਰਦੀਆਂ ਸੱਤਾ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹ ਨੇ, ਕਿਉਂਕਿ 25 ਸਾਲ ਤਕਰੀਬਨ ਅਕਾਲੀਆਂ ਨੇ ਰਾਜ ਕੀਤਾ, 45-50 ਸਾਲ ਇਹਨਾਂ ਨੂੰ ਕਾਂਗਰਸ ਨੂੰ ਰਾਜ ਕਰਦਿਆਂ ਨੂੰ ਹੋ ਗਏ ਆ। ਪਰ ਲੋਕਾਂ ਦੇ ਵੀ ਹੁਣ ਚਾਹਲ ਜੀ ਫਰਜ਼ ਇਹ ਬਣਦੇ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਹਜੇ ਵੀ ਇਹ ਬੈਠ ਕੇ ਬੈਠੇ ਆ ਇਹ ਸੋਚ ਕੇ ਜਾਂ ਉਹ ਸੁੱਤੇ ਪਏ ਆ ਵੀ ਸਾਡੇ ਲਈ ਕੋਈ ਹੋਰ ਭਗਤ ਸਿੰਘ ਜਿਹੜਾ ਆ ਉਹ ਪੈਦਾ ਹੋਊਗਾ ਤੇ ਸਾਨੂੰ ਜਿਹੜੇ ਹੱਕ ਹਕੂਕ ਆ ਉਹ ਕੋਈ ਹੋਰ ਲੈ ਕੇ ਦਊ ਜੀ। ਜਿਹੜੀ ਉਹ ਬਹੁਤ ਵੱਡੇ ਭੁਲੇਖੇ ਦੇ ਵਿੱਚ ਆ। ਸਭ ਕੁਛ ਦੇਸ਼ ਦਾ ਲੁੱਟਿਆ ਜਾ ਰਿਹਾ ਜਾਣੀ ਦਿਨ ਬ ਦਿਨ। ਸੋ ਇਹ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਘਟ ਰਹੀਆਂ, ਸੋ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਤੇ ਆਪਣੇ ਹੱਕ ਲੈਣ ਲਈ ਤਾਂ ਸੜਕਾਂ 'ਤੇ ਆਉਣਾ ਹੀ ਪੈਣਾ। ਇਸ ਤੋਂ ਇਲਾਵਾ ਹੋਰ ਕੋਈ ਰਾਹ ਉਹਨਾਂ ਕੋਲ ਹੈ ਨਹੀਂ ਚਾਹਲ ਜੀ। ਇਹ ਮੰਦਭਾਗੀ ਘਟਨਾ ਸੀ ਤੇ ਨਾਲ ਹਾਂਜੀ ਭਗਵੰਤ ਜੀ
ਕੁਲਵੰਤ ਜੀ, ਤੁਸੀਂ ਬਿਲਕੁਲ ਗੱਲ ਸਹੀ ਕੀਤੀ ਆ। ਅਸਲ ਦੇ ਵਿੱਚ ਇਹ ਸਾਰਾ ਕੁਝ ਇੱਕ ਸਾਜ਼ਿਸ਼ ਥੱਲੇ, ਇੱਕ ਮਿੱਥੀ ਚਾਲ ਥੱਲੇ ਹੋ ਰਿਹਾ, ਜਿਸ ਦਾ ਪ੍ਰੂਫ ਇੱਕ SDM ਜਿਹਦਾ ਨਾਂ ਸ਼ਾਇਦ ਆਯੂਸ਼ ਸਿਨਹਾ ਆਪਣੇ ਕਰਨਾਲ ਦੇ ਨੇ, ਉਹਨਾਂ ਦੀ ਵੀਡੀਓ ਵਾਇਰਲ ਹੋਈ ਆ, ਜਿਹਦੇ ਵਿੱਚ ਉਹ ਸ਼ਰੇਆਮ ਇਹ ਕਹਿੰਦਾ ਪਿਆ ਕਿ ਬਚ ਕੇ ਅਣਜਾਣੇ ਦੇ ਮੂੰਹ ਭੰਨੋ, ਇਹਨਾਂ ਦੇ ਸਿਰ ਪਾੜੋ। ਇਹ ਉਹਨੇ ਸ਼ਰੇਆਮ ਰਿਕਾਰਡਿੰਗ ਹੋਈ ਹੈ ਸਾਰੀ, ਜਿਸ ਤੋਂ ਇਹ ਗੱਲ ਬਹੁਤ ਸਾਫ਼ ਹੁੰਦੀ ਹੈ ਕਿ ਅਸਲ ਦੇ ਵਿੱਚ ਜਿਹੜੀ ਸਰਕਾਰ ਆ, ਜਿਹੜੀ ਸਟੇਟ ਸਰਕਾਰਾਂ ਆ, ਅਤੇ ਉਹਨਾਂ ਦੇ ਉੱਤੋਂ BJP ਉੱਤੋਂ ਅਸਲ ਦੇ ਵਿੱਚ ਮੋਦੀ ਵੱਲੋਂ ਉਹਨਾਂ ਨੂੰ ਕੀ ਆਰਡਰ ਆਏ ਨੇ। ਹੁਣ ਤੱਕ ਜਿਹੜੇ ਕਿਸਾਨ ਬੈਠੇ ਬੜੇ ਐਨ ਤਰਤੀਬ ਨਾਲ, ਬੜੇ ਹਲਮ ਨਾਲ ਉਹ ਆਪਣੀ ਜਿਹੜੀ ਸਟਰਗਲ ਆ ਹੁਣ ਚਲਾ ਰਹੇ ਸੀਗੇ, ਅਤੇ ਹੁਣ ਇਹ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਇਸ ਨੂੰ ਅਸੀਂ ਤੋੜੀਏ, ਭੰਨੀਏ, ਵਾਇਲੈਂਸ ਵੱਲੋਂ ਲੈ ਕੇ ਆਈਏ। ਤਾਂ ਉਸੇ ਦਾ ਅੱਜ ਨਤੀਜਾ ਹੈ ਕਿ ਜਿਹੜਾ ਕਰਨਾਲ ਦੇ ਵਿੱਚ ਆ, ਲੋਕੋ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਇੱਕ ਬੰਦੇ ਨੂੰ ਕੁੱਟ ਕੇ ਮਾਰ ਦਿੱਤਾ ਗਿਆ, ਅਤੇ ਜਿਹੜੇ ਦੂਸਰੇ ਇੱਕ ਬਜ਼ੁਰਗ ਆ ਉਸ ਤਰ੍ਹਾਂ ਬੁਰਾ ਹਾਲ ਕੀਤਾ, ਉਹ ਆਪਾਂ ਤੋਂ ਦੇਖ ਨਹੀਂ ਹੁੰਦਾ, ਇਨਸਾਨੀਅਤ ਰੋ ਪੈਂਦੀ ਆ। ਅਤੇ ਜਿਹੜੀ ਅਸਲ ਵਿੱਚ ਸਾਨੂੰ ਬੁੱਧੂ ਕਿੱਦਾਂ ਬਣਾਇਆ ਜਾਂਦਾ, ਸ਼ਾਇਦ ਤੁਸੀਂ ਕੱਲ੍ਹ ਸੁਣਿਆ ਹੋਊਗਾ ਕਿ ਅਮਰਿੰਦਰ ਸਿੰਘ ਕਹਿੰਦਾ ਪਿਆ ਕਿ ਜੋ ਕੁਛ ਖੱਟਰ ਨੇ ਕਰਨਾਲ ਦੇ ਵਿੱਚ ਕਿਸਾਨਾਂ ਨਾਲ ਕੀਤਾ ਉਹ ਬਹੁਤ ਹੀ ਮਾੜਾ ਕੀਤਾ। ਅਤੇ ਅੱਜ ਜੋ ਮੋਗੇ ਦੇ ਵਿੱਚ ਕਾਂਗਰਸ ਸਰਕਾਰ ਥੱਲੇ, ਅਮਰਿੰਦਰ ਦੀ ਸਰਕਾਰ ਥੱਲੇ ਹੋਇਆ, ਉਹ ਤੁਹਾਡੇ ਸਾਹਮਣੇ ਆ। ਅਸਲ ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਸੋਚਣਾ ਪਊਗਾ, ਅਸਲ ਵਿੱਚ ਹੁੰਦਾ ਕੀ ਵਾ, ਤੁਹਾਡੇ ਦੁਆਲੇ ਕਰਦੇ ਕੀ ਪਏ ਨੇ। ਦੇਖੋ, ਜਿਹੜੇ ਆਯੂਸ਼ SDM ਸੀਗੇ ਜਿਨ੍ਹਾਂ ਦਾ ਨਾਮ, ਦੇਖੋ ਉਹ ਇਹ ਕੁਛ ਟਾਈਮ ਬਾਅਦ ਹੀ ਇਹ ਕਲੀਅਰ ਹੋ ਗਿਆ ਵੀ ਉਹ ਇੱਕ RSS ਵੱਲੋਂ ਪਲਾਂਟ ਕੀਤਾ ਹੋਇਆ ਆਦਮੀ ਸੀ, ਜਿਹੜਾ ਕਿ ਉਹ SDM ਦੇ ਉਸ ਜੌਬ ਦੇ ਉੱਤੇ ਉਹ ਜਿਹੜਾ ਹੈ ਤਾਇਨਾਤ ਸੀਗਾ। ਦੇਖੋ, ਉਹਦਾ ਇਹ ਵੀ ਪਿਛੋਕੜ ਲੋਕਾਂ ਨੇ ਕੱਢ ਲਿਆ ਵੀ ਉਹਦਾ ਜਿਹੜਾ ਚਾਚਾ ਆ ਉਹ RSS ਦੇ ਵਿੱਚ ਕਿਸੇ ਚੰਗੇ ਵੱਡੇ ਅਹੁਦੇ ਤੇ ਬਿਰਾਜਮਾਨ ਆ। ਜਾਣੀ ਉਸ ਨੇ ਇਹ ਜਿਹੜੇ ਆਰਡਰ ਕੀਤੇ ਆ, ਦੇਖੋ SDM ਹੈਗਾ ਆ ਸਿਵਲ ਅਥਾਰਟੀ, ਸੋ ਇਹ ਇਹੋ ਜਿਹਾ ਕੋਈ ਆਰਡਰ ਕਿਸੇ ਨੂੰ ਕਰ ਨਹੀਂ ਸਕਦਾ ਹੈਗਾ। ਇਹ ਆਰਡਰ ਜਾਂ ਤਾਂ ਪੁਲਿਸ ਕਰ ਸਕਦੀ ਆ, ਪੁਲਿਸ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰ ਸਕਦੀ ਹੈ, ਚਾਹੇ ਉਹ SP ਜਾਂ DSP ਹੋਵੇ। ਦੇਖੋ, ਉਹਨੂੰ ਕਿਸ ਨੇ ਇਹ ਆਰਡਰ ਦਿੱਤੇ ਸੀਗੇ, ਉਹ ਇਲੀਗਲ ਸੀਗਾ, ਸੰਵਿਧਾਨ ਦੇ ਅਗੇਂਸਟ ਸੀਗਾ, ਤੇ ਕਨਸਟੀਟਿਊਸ਼ਨ ਦੇ ਤਾਂ ਅਗੇਂਸਟ ਹੈਗਾ ਹੀ ਆ ਇੰਡੀਆ ਦੇ, ਭਾਰਤ ਦੇ। ਜਾਣੀ ਕਿ ਉਸ ਬੰਦੇ ਨੂੰ ਇਹ ਸਜ਼ਾ ਜਿਹੜੀ ਆ ਮਿਲਣੀ ਹੀ ਮਿਲਣੀ ਚਾਹੀਦੀ ਆ। ਉਹ ਕਿੱਦਾਂ ਕਿਸੇ ਨੂੰ ਕਹਿ ਰਿਹਾ ਕਿ ਇਹਨਾਂ ਦੇ ਸਿਰ ਪਾੜ ਦਿਓ ਜਾਂ ਇਹਨਾਂ ਦੀਆਂ ਲੱਤਾਂ ਤੋੜ ਦਿਓ। ਜਾਣੀ ਸਿਵਲ ਅਥਾਰਟੀ ਇਹ ਇਲੀਗਲੀ ਜਿਹੜਾ ਉਹਨੇ ਉਹ ਕੰਮ ਕੀਤਾ, ਤਾਂ ਕੋਰਟ ਦੇ ਵਿੱਚ ਉਹਨੂੰ ਜਾਣਾ ਪਊਗਾ ਤੇ ਉਹਨੂੰ ਇਹ ਭੁਗਤਣੀ ਪਊਗੀ ਸਜ਼ਾ। ਜੀ ਬਿਲਕੁਲ। ਪਿਆਰੇ ਦਰਸ਼ਕੋ, ਜੋ ਹਾਲਾਤ ਬਣਦੇ ਜਾ ਰਹੇ ਨੇ ਬੜੇ ਅਜੀਬ ਕਿਸਮ ਦੇ ਨੇ। ਮੈਂ ਜਾਣਨਾ ਚਾਹਾਂਗਾ ਕਿ ਜੋ ਮੋਗੇ ਦੀ ਘਟਨਾ ਅਕਾਲੀਆਂ ਦੇ ਨਾਲ ਹੋਈ ਹੈ, ਕੁਲਵੰਤ ਜੀ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਜਿਹੜੇ ਇਲੈਕਸ਼ਨ ਆ ਉਹਨਾਂ 'ਤੇ ਫਰਕ ਪੈਗਾ? ਕੁਲਵੰਤ ਜੀ। ਨਹੀਂ, ਦੇਖੋ ਇਲੈਕਸ਼ਨਾਂ 'ਤੇ ਚਾਹਲ ਜੀ ਫਰਕ ਕਿਉਂ ਨਹੀਂ ਪਊਗਾ, ਫਰਕ 100% ਲਈ ਪਊਗਾ। ਦੇਖੋ, ਇਹ ਜਿਹੜਾ ਇਹ ਮੋਗੇ ਦੇ ਵਿੱਚ ਘਟਨਾ ਵਾਪਰੀ ਆ, ਪਹਿਲੀ ਗੱਲ ਤਾਂ ਇਹ ਆ, ਇਹਦੇ ਨਾਲ ਮੈਂ ਰਿਲੇਟ ਕਰਦਾ ਚਾਹਲ ਜੀ ਵੀ ਜਦੋਂ ਅੱਗੇ ਪਹਿਲਾਂ ਅੱਜ ਤੱਕ ਜਾਣੀ ਕਿ ਪਾਰਟੀਆਂ ਜਿਹੜਾ ਚੋਣ ਪ੍ਰਚਾਰ ਆ, ਜਦੋਂ ਇਲੈਕਸ਼ਨ ਹੁੰਦੀ ਆ, ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਸਟਾਰਟ ਕਰਦੀਆਂ ਜੀ। ਜਾਣੀ ਕਿ ਆਹ ਜਿਹੜਾ ਹੁਣ ਹੋ ਰਿਹਾ ਜੋ ਸਾਰਾ ਕੁਝ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ, ਇਹ ਕਾਰਨ ਹੀ ਇਹ ਨੇ ਵੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਆ, ਕਿਸਾਨੀ ਘੋਲ ਆ, ਇਹਨੂੰ ਫੇਲ ਕੀਤਾ ਜਾਵੇ, ਤਾਂ ਕਿ ਲੋਕਾਂ ਨੂੰ ਮੋਟੀਵੇਟ ਕਰਕੇ, ਲੋਕਾਂ ਨੂੰ ਮਤਲਬ ਗਲਤ ਤਰੀਕੇ ਦੇ ਨਾਲ, ਗਲਤ ਤਰੀਕਾ ਇਹ ਹੋ ਸਕਦਾ ਵੀ ਸ਼ਰਾਬਾਂ ਵੰਡ ਕੇ ਜਾਂ ਹੋਰ ਇਹੋ ਜਿਹੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਰੈਲੀਆਂ ਦੇ ਵਿੱਚ ਲਿਆ ਕੇ ਇਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਨੂੰ ਪੂਰਾ ਕਰਕੇ ਤਾਂ ਉਧਰੋਂ ਕਿਸੇ ਨਾ ਕਿਸੇ ਤਰ੍ਹਾਂ ਭਮਕਾ ਕੇ, ਉਹਨਾਂ ਨੂੰ ਦਬਕਾ ਕੇ, ਚਾਹੇ ਕਿਸ ਤਰ੍ਹਾਂ ਮੋੜ ਕੇ ਤਾਂ ਲਿਆਓ, ਤਾਂ ਕਿ ਇਹ ਲੋਕ ਫਿਰ ਸਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਜਾਲ ਦੇ ਵਿੱਚ ਫਸ ਸਕਣ। ਸੋ ਇਹ ਤਾਂ ਚਾਹਲ ਜੀ ਚੋਣ ਕਮਿਸ਼ਨ ਨੇ ਕੱਲ੍ਹ ਕਲੀਅਰ ਹੀ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਮੈਂ ਚੋਣਾਂ ਜਿਹੜੀਆਂ ਉਹ ਨਹੀਂ ਕਰਾ ਸਕਦਾ, ਕਿਉਂਕਿ ਜਿਹੜੀਆਂ EVM ਮਸ਼ੀਨਾਂ ਆ ਹਜੇ ਉਹ ਬਾਹਰਲੇ ਸੂਬਿਆਂ ਦੇ ਵਿੱਚ ਪਈਆਂ। ਉਹਦੇ ਕਾਰਨ ਹੋਰ ਵੀ ਹੋ ਸਕਦੇ ਨੇ, ਕਿਉਂਕਿ ਇਹ ਐਮਰਜੈਂਸੀ ਵਾਲੀ ਵੀ ਗੱਲ ਹੋ ਸਕਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਪੰਜਾਬ ਨੂੰ ਇਸ ਤਰ੍ਹਾਂ ਘੋਸ਼ਿਤ ਕਰ ਦਿੱਤਾ ਜਾਵੇ ਵੀ ਇੱਥੇ ਜਿਹੜੇ ਹਾਲਾਤ ਆ ਉਹ ਸਹੀ ਨਹੀਂ ਹੈਗੇ। ਇਹ ਆਪ ਹੀ ਜਿਹੜੀਆਂ ਪਾਰਟੀਆਂ ਜਿਹੜੀਆਂ ਖਿੜਖੱਪ ਇਹ ਕਰਵਾ ਰਹੀਆਂ, ਇਹ ਮੰਦਭਾਗੀਆਂ ਹੈ। ਸੋ ਇਹ ਨਤੀਜੇ ਜਿਹੜੇ ਆ ਮਾੜੇ ਇਹਦੇ ਨਿਕਲਣਗੇ ਜੀ। ਬਹੁਤ ਮਿਹਰਬਾਨੀ ਜੀ। ਪਿਆਰੇ ਦਰਸ਼ਕੋ, ਅਸੀਂ ਬਹੁਤ ਵਾਰੀ, ਕਿਉਂਕਿ ਹੁਣ ਮੀਡੀਆ ਆ, ਇਲੈਕਟ੍ਰੋਨਿਕ ਮੀਡੀਆ ਆ, ਪਹਿਲਾਂ ਹੁੰਦੀਆਂ ਸੀ ਬੈਠਕਾਂ, ਆਪਸ ਵਿੱਚ ਗੱਲਾਂ ਕਰਨਾ, ਆਪਸ ਦੇ ਵਿੱਚ ਇੱਕ ਦੂਜੇ ਨੂੰ ਦੱਸਣਾ ਵੀ ਆਹ ਹੋਇਆ, ਆਹ ਹੋਇਆ, ਛੋਟੀਆਂ
ਕੋਨਿਆਂ ਦੇ ਵਿੱਚ ਮੀਟਿੰਗਾਂ, ਫਿਰ ਛੋਟੇ ਛੋਟੇ ਫੰਕਸ਼ਨ ਹੋ ਗਏ, ਫਿਰ ਅਖਬਾਰਾਂ ਆ ਗਈਆਂ। ਲੇਕਿਨ ਉਹ ਗੱਲਾਂ ਜਿਹੜੀਆਂ ਆ ਤੁਹਾਡੇ ਤੱਕ ਅਸੀਂ ਬਾਰ-ਬਾਰ ਕਰਕੇ ਪਹੁੰਚਾਉਂਦੇ ਆ। ਜੋ ਮੈਂ ਦੱਸਣਾ ਚਾਹੁੰਦਾ, ਜਲ੍ਹਿਆਂਵਾਲੇ ਬਾਗ ਦੀ ਗੱਲ ਪਹਿਲਾਂ ਵੀ ਅਸੀਂ ਬਹੁਤ ਵਾਰੀ ਕੀਤੀ ਆ, ਕਿਉਂ ਬਾਰ-ਬਾਰ ਕਰਨੀ ਪੈ ਰਹੀ ਹੈ ਕਿ ਜਲ੍ਹਿਆਂਵਾਲਾ ਬਾਗ ਜਿਹੜਾ ਆ ਆਖਰ ਕੀ ਇਹੋ ਜਿਹਾ ਸੀਗਾ ਉੱਥੇ ਕਿ ਜਦੋਂ ਇਹ ਮੰਨਿਆ ਜਾ ਰਿਹਾ ਆ ਕਿ ਆਜ਼ਾਦੀ ਘੁਲਾਟੀਏ ਉੱਥੇ ਪ੍ਰਦਰਸ਼ਨ ਕਰਨ ਆਏ ਸੀ ਮੌਕੇ ਦੀ ਸਰਕਾਰ 'ਤੇ, ਜਿਹੜੀ ਅੰਗਰੇਜ਼ਾਂ ਦੀ ਜਿਹੜੀ ਉਸ ਵੇਲੇ ਦੀ ਜਿਹੜਾ ਰਾਜ ਸੀਗਾ। ਫਿਰ ਉੱਥੇ ਗੋਲੀ ਚੱਲੀ। ਗੋਲੀ ਚੱਲਣ ਤੋਂ ਬਾਅਦ ਬਹੁਤੇ ਲੋਕਾਂ ਨੇ ਆਪਣੀ ਜਾਨ ਖੂਹ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਸ਼ਾਇਦ ਉੱਥੇ ਵੱਜਣ ਖੂਹ ਦੇ ਵਿੱਚੋਂ ਵੀ ਨਾ ਬਚ ਸਕੇ। ਬਹੁਤ ਸਾਰੇ ਲੋਕ ਮਾਰੇ ਗਏ। ਜਿਹੜਾ ਇੱਕੋ ਹੀ ਰਸਤਾ ਸੀ ਜਿੱਥੇ ਉਸ ਮੌਕੇ ਦੀ ਫੌਜ ਜਾਂ ਪੁਲਿਸ ਬੈਠੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ। ਸਵਾਲ ਇਹ ਆਉਂਦਾ ਆ ਕਿ ਫਿਰ ਜੇਕਰ ਆਜ਼ਾਦੀ ਲਈ ਲੜਾਈ ਸੀ ਉਹ, ਤਾਂ ਫਿਰ ਉਸ ਨੂੰ ਹਰਿਮੰਦਰ ਸਾਹਿਬ ਵਿਖੇ ਸਰੂਪਾ ਕਿਉਂ ਦਿੱਤਾ ਗਿਆ? ਫਿਰ ਮਜੀਠੀਆ ਨੂੰ ਘਰ ਖਾਣਾ ਕਿਉਂ ਖਿਲਾਇਆ ਗਿਆ? ਇਹ ਸਵਾਲ ਅਸੀਂ ਬਹੁਤ ਦੇਰ ਦੇ ਚੱਕਦੇ ਆ ਰਹੇ ਨੇ, ਦੱਸਦੇ ਆ ਰਹੇ ਨੇ। ਲੇਕਿਨ ਉਦੋਂ ਇੱਦਾਂ ਸੀ ਕਿ ਮੀਡੀਆ ਨਹੀਂ ਸੀ। ਬਾਰ-ਬਾਰ ਜਦੋਂ ਗੱਲ ਹੋ ਗਈ ਇਸ ਪਿੰਡ 'ਚ ਕਰ ਲਈ, ਉਸ ਮੁਹੱਲੇ 'ਚ ਕਰ ਲਈ। ਲੇਕਿਨ ਅੱਜ ਇੱਕ ਪਲੇਟਫਾਰਮ ਆ ਜਿਵੇਂ ਕਾਂਚੀ TV ਆ, ਜਾਂ ਸਾਡੇ ਹੋਰ TV ਸਟੇਸ਼ਨ ਨੇ, ਜਾਂ ਰੇਡੀਓ ਨੇ, ਜਾਂ ਵਰਲਡ ਵਾਈਡ ਕਿਤੇ ਹੋਰ ਵੀ ਨੇ। ਜਦੋਂ ਅਸੀਂ ਬਾਰ-ਬਾਰ ਕਰਦੇ, ਹੋ ਸਕਦਾ ਤੁਸੀਂ ਅਕੇਵਾਂ ਜਿਹਾ ਮਹਿਸੂਸ ਕਰਦੇ ਹੋ ਵੀ ਕੋਈ ਗੱਲ ਕਿਉਂ ਬਾਰ-ਬਾਰ ਕੀਤੀ ਜਾ ਰਹੀ। ਜਿੰਨੀ ਦੇਰ ਉਹ ਗੱਲ ਸਾਡੇ ਪੱਲੇ ਨਹੀਂ ਪੈਂਦੀ, ਜਿੰਨੀ ਦੇਰ ਉਹ ਗੱਲ ਸਾਨੂੰ ਸਮਝ ਨਹੀਂ ਆਉਂਦੀ, ਸੋ ਇਸੇ ਲਈ ਉਹ ਸਾਰੀ ਜ਼ਿੰਦਗੀ ਤਾਂ ਉਮਰ ਜਿੰਨੀ ਅਸੀਂ ਸਾਡੇ ਤੋਂ ਬਾਅਦ ਜਦੋਂ ਅਸੀਂ ਦੁਨੀਆ 'ਤੇ ਨਹੀਂ ਰਹਾਂਗੇ, ਉਹਨਾਂ ਦੇ ਉਹਨਾਂ ਦੇ ਲੋਕ ਇਹ ਸਵਾਲ ਕਰਦੇ ਰਹਿਣਗੇ ਕਿ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੋ ਲੋਕ ਸ਼ਹੀਦ ਹੋਏ ਨੇ, ਜਿਸ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇਸ ਦੇਸ਼ ਦੇ ਵਿੱਚ ਆ ਕੇ ਲਿਆ, ਮੰਨਿਆ ਜਾਂਦਾ, ਕੀ ਉੱਥੇ ਹੋਇਆ ਸੀ? ਉਹ ਕੌਣ ਲੋਕ ਸੀ? ਇਹ ਸਵਾਲ ਬਹੁਤ ਵੱਡਾ ਹੈ। ਪਰ ਅੱਜ ਦਾ ਜਿਹੜਾ ਸਵਾਲ ਹੈ ਕਿ ਜਲ੍ਹਿਆਂਵਾਲੇ ਬਾਗ 'ਤੇ ਜਿਹੜੀ ਫੋਟੋ ਆ, ਜਿਹੜਾ ਸਟੈਚੂ ਆ, ਉਹ ਸ਼ਹੀਦ ਊਧਮ ਸਿੰਘ ਦਾ ਲਾਇਆ ਗਿਆ, ਪਰ ਉਹ ਲੱਗਦਾ ਨਹੀਂ ਹੈ ਦੇਖਣ ਨੂੰ। ਸੰਸਾ ਵੀ ਹੋਰ ਤਰ੍ਹਾਂ। ਜਲ੍ਹਿਆਂਵਾਲੇ ਬਾਗ ਦੇ ਸਪੈਲਿੰਗ ਵੀ ਗਲਤ ਆ, ਔਰ ਉੱਪਰ ਹਿੰਦੀ, ਫਿਰ ਪੰਜਾਬੀ, ਫਿਰ ਇੰਗਲਿਸ਼। ਜਲ੍ਹਿਆਂਵਾਲੇ ਦੇ ਬਾਗ ਨੂੰ ਲਿਖਣ ਦੇ ਜਾਲਿਆਂਵਾਲਾ ਬਾਗ। ਸੋ ਇਹ ਅਦਨੋਂ ਕੀ ਕਾਰਨ ਆ? ਇਹ ਇੱਕ ਬਿਜ਼ਨਸ ਬਣਦੀ ਜਾ ਰਹੀ ਉਹ ਜਗ੍ਹਾ। ਕੁਲਵੰਤ ਜੀ ਕੀ ਕਹਿੰਦੇ? ਭਗਵਾਨ ਜੀ ਤੁਸੀਂ ਕੀ ਕਹੋਗੇ ਇਸ ਬਾਰੇ? ਚਾਹਲ ਸਾਹਿਬ, ਜਿਹੜੀ ਮੈਂ ਇੱਕ ਆਪਣੇ ਦਰਸ਼ਕਾਂ ਨੂੰ, ਆਪਣੇ ਵੀਰਾਂ ਨੂੰ ਇੱਕ ਗੱਲ ਪੁੱਛਣ ਦੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਆਪਣੇ ਇੱਕ ਬਜ਼ੁਰਗ ਦੀ ਫੋਟੋ ਘਰੋਂ 'ਚ ਲੱਭਦੀ ਹੈ ਟਰੰਕ ਦੇ ਵਿੱਚੋਂ, ਆਪਣੇ ਬਾਬਾ ਜੀ ਦੀ, ਬਾਪੂ ਜੀ ਦੀ, ਜਿਸ ਦੇ ਵਿੱਚ ਤੀੜਾਂ ਪਈਆਂ ਹੋਈਆਂ, ਮਰੋੜੀ ਹੋਈ ਆ, ਕਾਲੀ ਫੋਟੋ ਆ, ਅਤੇ ਤੁਸੀਂ ਉਸ ਨੂੰ ਸਾਂਭ ਕੇ ਰੱਖਦੇ ਹੋ ਬਹੁਤ। ਫਿਰ ਕੱਢਣ ਜਦ ਲੱਭਦੀ ਹੈ ਤਾਂ ਉਸ ਨੂੰ ਰਿਸਪੈਕਟ ਨਾਲ ਰੱਖਦੇ ਹੋ ਕਿ ਸਾਡੀ ਇਹ ਬਜ਼ੁਰਗ ਦੀ ਫੋਟੋ ਆ। ਅਤੇ ਇੱਕ ਕੋਈ ਪੱਤਰਕਾਰ ਆਉਂਦਾ, ਮੇਰੇ ਵਰਗਾ ਕੋਈ ਆਉਂਦਾ, ਕਹਿੰਦਾ ਨਹੀਂ ਜੀ ਤੁਹਾਨੂੰ ਮੈਂ ਫੋਟੋ ਮੈਂ ਠੀਕ ਕਰਕੇ ਦਿੰਦਾ ਆ। ਉਹ ਭੁਲੇਖੇ 'ਚ ਪੈ ਜਾਂਦੇ ਨੇ। ਅਤੇ ਉਹ ਫੋਟੋ ਉਹ ਕੀ ਕਰਦਾ, ਜਿਹੜਾ ਪੱਤਰਕਾਰ ਹੈ ਜਾਂ ਉਹ ਜਿਹੜਾ ਆਰਟਿਸਟ ਆ, ਉਹ ਜਾਂਦਾ ਅੱਜ ਕੱਲ੍ਹ ਦੇ ਜਿਹੜੇ ਕੰਪਿਊਟਰ ਨੇ ਉਹਨਾਂ ਦੇ ਉੱਤੇ ਉਹ ਠੀਕ ਕਰਕੇ ਫੋਟੋ, ਕਲਰਡ ਫੋਟੋ ਬਣਾ ਕੇ ਆਰਟਿਸਟਿਕ ਉਹਨੂੰ ਵਿਊ ਦੇ ਕੇ, ਉਹ ਭਾਈਆ ਜਿਹੜਾ ਉਹ ਬਜ਼ੁਰਗ ਬੈਠਿਆ ਸੀ ਉਹਦੀਆਂ ਮੁੱਛਾਂ ਨੂੰ ਖੜੀਆਂ ਕਰਕੇ ਉਹ ਤੁਹਾਡੇ ਮੂਹਰੇ ਫੋਟੋ ਲਿਆ ਕੇ ਰੱਖਦੇ ਆ। ਕੀ ਤੁਹਾਨੂੰ ਮਹਿਸੂਸ ਹੋਊਗਾ ਕਿ ਉਹ ਤੁਹਾਡੇ ਬਜ਼ੁਰਗ ਉਹ ਨੇ ਜਿਹੜੇ ਤੁਸੀਂ ਪਹਿਲਾਂ ਫੋਟੋ 'ਚ ਦੇ ਰਹੇ ਹੋ? ਇਹ ਜਿਹੜੀਆਂ ਭਾਵਨਾਵਾਂ ਨੇ, ਇਹ ਭਾਵਨਾ ਜਿਹੜੀ ਅਸੀਂ ਜਦੋਂ ਜਲ੍ਹਿਆਂਵਾਲੇ ਬਾਗ 'ਚ ਜਾਂਦੇ ਹਾਂ, ਜਿਸ ਤਰ੍ਹਾਂ ਦਾ ਉਹ ਸੀ ਉਸ ਟਾਈਮ ਦੇ ਵਿੱਚ, ਜਿਹੜੀਆਂ ਭਾਵਨਾਵਾਂ ਤੁਹਾਨੂੰ ਉਹ ਦੇਖ ਕੇ ਆਉਂਦੀਆਂ ਕਿ ਇੱਥੇ ਸਾਡੇ ਲੋਕਾਂ ਨੇ ਜਾਨਾਂ ਦਿੱਤੀਆਂ, ਗੋਲੀਆਂ ਦੇ ਨਿਸ਼ਾਨ ਕੰਧ ਲੱਗੇ ਹੋਏ ਨੇ, ਉਹਨਾਂ ਨੂੰ ਦੇਖ ਕੇ ਜੋ ਭਾਵਨਾਵਾਂ ਤੁਹਾਨੂੰ ਜੋ ਉਹ ਖਿਆਲ ਆਉਂਦੇ ਨੇ, ਉਹ ਖਿਆਲ ਹੁਣ ਨਹੀਂ ਆਉਣਗੇ। ਹੁਣ ਉਸ ਨੂੰ ਇੱਕ ਟੂਰਿਸਟ ਸਪੌਟ ਬਣਾ ਦਿੱਤਾ ਗਿਆ, ਇੱਕ ਕਾਫੀ ਹਾਊਸ ਲਗਭਗ ਬਣਾ ਦਿੱਤਾ ਗਿਆ। ਦੇਖਿਆ ਤਾਂ ਹੈ ਨਹੀਂ, ਦੇਖੇ ਬਗੈਰ ਬਹੁਤੀ ਗੱਲ ਕੀਤੀ ਵੀ ਨਹੀਂ ਜਾਂਦੀ, ਪਰ ਜਿੰਨੀ ਰਿਪੋਰਟਾਂ ਆਉਂਦੀਆਂ ਪਈਆਂ ਉਹਦੇ ਹਿਸਾਬ ਨਾਲ ਜਿਹੜੀ ਜਲ੍ਹਿਆਂਵਾਲੇ ਬਾਗ ਦੀ ਰੂਹ ਸੀ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉੱਥੇ ਆਮ ਲੋਕਾਂ ਨੂੰ ਇਹ 'ਚ ਕੋਈ ਸ਼ੱਕ ਨਹੀਂ, ਅਸੀਂ ਵੀ ਕਹਿੰਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਕੀਤੇ ਜਾਣ, ਪਰ ਕੀ ਦਿਖਾਉਣ ਨੂੰ ਕੀ ਰਹਿ ਗਿਆ ਉੱਥੇ ਉਹਨਾਂ ਕੋਲ? ਉਹਦੀ ਜਿਹੜੀ ਮੈਂ ਤੁਹਾਨੂੰ ਦੱਸਿਆ ਜਿਹੜੀ ਫੀਲਿੰਗ ਸੀਗੀ ਉਹ ਜ਼ਰੂਰ ਚਾਹੀਦੀ ਸੀ। ਹਾਂ, ਹੁਣ ਇਹ ਬਹਾਨਾ ਬਣਾਇਆ ਕਿ ਉੱਥੇ ਜੇ ਟਾਇਲਟਸ ਨਹੀਂ ਸੀਗੀਆਂ, ਉੱਥੇ ਨਹੀਂ ਸੀ, ਉਹ ਨਹੀਂ ਸੀ, ਠੀਕ ਆ, ਇਹ ਚੀਜ਼ਾਂ ਵੀ ਚਾਹੀਦੀਆਂ ਸੀਗੀਆਂ, ਉਹਨੂੰ ਮੁਰੰਮਤ ਜੇ ਕਰਨਾ ਸੀ ਕਿ ਹਿਸਾਬ ਨਾਲ ਕਰਨਾ ਸੀ, ਨਾ ਕਿ ਉਸ ਨੂੰ ਕੰਪਨੀਆਂ ਨੂੰ ਦੇ ਦਿੱਤਾ ਗਿਆ ਜਿਨ੍ਹਾਂ ਨੇ ਬਿਲਕੁਲ ਜਿੱਦਾਂ ਚਾਹਲ ਜੀ ਨੇ ਦੱਸਿਆ ਕਿ ਉੱਥੇ ਸਪੈਲਿੰਗ ਵੀ ਮਿਸਟੇਕ ਹੈ। ਉਹਨਾਂ ਨੂੰ ਪਤਾ ਹੀ ਨਹੀਂਗਾ ਜਲ੍ਹਿਆਂਵਾਲੇ ਬਾਗ ਦੇ, ਉਹਨਾਂ ਦੀ ਭਾਵਨਾਵਾਂ ਹੀ ਨਹੀਂ ਜੁੜੀਆਂ ਹੋਈਆਂ, ਅਤੇ ਉਹ ਲੋਕ ਕਿਸ ਤਰ੍ਹਾਂ ਕਰਨਗੇ ਜਲ੍ਹਿਆਂਵਾਲੇ ਬਾਗ ਨੂੰ ਜਾਲੀਆਂ ਵਾਲਾ ਜਾਂ ਹੋਰ ਹੈ। ਇਹ ਚਲੋ ਫਿਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਦੇਖੋ ਜਿਹੜਾ ਭਗਵੰਤ ਜੀ ਸਟੈਚੂ ਵੀ ਲਾਇਆ ਆ, ਆਪਾਂ ਗੱਲ ਕਰਦੇ ਆ, ਉਹ ਊਧਮ ਸਿੰਘ ਜੀ ਦੀ ਫੋਟੋ ਦੇ ਨਾਲ, ਮਤਲਬ ਉਹਨਾਂ ਦੇ ਚਿਹਰੇ ਦੇ ਨਾਲ ਉਹਨਾਂ ਦਾ ਕੋਈ ਚਿਹਰਾ ਮਿਲ ਨਹੀਂ ਰਿਹਾ ਹੈਗਾ। ਦੱਸੋ ਤਾਂ। ਜਾਣੀ ਕਿ ਇਹ ਹੁਣ ਦੀਆਂ ਗੱਲਾਂ ਆ, ਅੱਜ ਤੋਂ 300 ਸਾਲ ਬਾਅਦ ਸਾਡੇ ਜਿਹੜੇ ਬੱਚੇ ਆ, ਫਿਰ ਕੀ ਉਹਨਾਂ ਨੂੰ ਹੀ ਊਧਮ ਸਿੰਘ ਮੰਨਿਆ ਕਰਨਗੇ ਜਿਨ੍ਹਾਂ ਨੂੰ ਉਹ ਜਿਹੜਾ ਸਟੈਚੂ ਲਾਇਆ? ਜਾਣੀ ਇਹ ਸਾਡੇ ਦੇਖੋ
ਹਿਸਟੋਰੀਕਲ ਬਿਲਡਿੰਗਾਂ ਦੇ ਨਾਲ, ਚਾਹੇ ਸਾਡੀ ਹਿਸਟਰੀ ਦੇ ਨਾਲ ਜਿਹੜੀ ਵੱਡੇ ਲੈਵਲ ਤੇ ਛੇੜਛਾੜ ਹੋ ਰਹੀ ਆ, ਚਾਹੇ ਉਹ ਕਾਰ ਸੇਵਾ ਦੇ ਨਾਂ ਤੇ ਸਾਡੇ ਗੁਰੂ ਘਰਾਂ ਦੀ ਹੋਵੇ, ਚਾਹੇ ਉਹਨਾਂ ਨਾਲ ਰਿਲੇਟਡ ਜਿਹੜੇ ਹੋਰ ਵੀ ਜਿਹੜੇ ਸਥਾਨ ਆ, ਚਾਹੇ ਪੁਰਾਣੇ ਕਿਲੇ ਹੋਣ ਉਹਨਾਂ ਦੀ ਦੇਖ ਲਓ। ਜਾਣੀ ਇਹ ਬੜੀਆਂ ਮੰਦਭਾਗੀਆਂ ਘਟਨਾਵਾਂ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਵਾਪਰ ਰਹੀਆਂ, ਕਿਉਂਕਿ ਸਾਡਾ ਸਾਰਾ ਕੁਝ ਹਿਸਟੋਰੀਕਲ ਬਿਲਡਿੰਗਾਂ ਨੂੰ ਖਤਮ ਕਰਕੇ ਸਾਨੂੰ ਤੋੜਿਆ ਮਰੋੜਿਆ ਜਾ ਰਿਹਾ। ਜਾਣੀ ਕਿ ਵੀ ਸਾਡੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਾਂ ਆ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੇ ਹੱਕ ਹਕੂਕ ਦੀ ਗੱਲ ਨਾ ਕਰਨ, ਵੀ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਕੁਰਬਾਨੀਆਂ ਕਿਸ ਲੈਵਲ ਤੱਕ ਦਿੱਤੀਆਂ, ਜਿਹੜੀ ਉਹ ਉਹਨਾਂ ਤੋਂ ਵਾਂਝੇ ਰਹਿ ਜਾਣ। ਇਹ ਇਹਨਾਂ ਦੀ ਗੌਰਮੈਂਟਾਂ ਦੀਆਂ ਚਾਲਾਂ ਆ। ਬਿਲਕੁਲ ਜੀ। ਸਵਾਲ ਫਿਰ ਉੱਥੇ ਆ ਕੇ ਖੜਦਾ ਕਿ ਕੀ ਕਾਰਨ ਹੋਇਆ ਹੋਏਗਾ। ਭਗਵੰਤ ਜੀ, ਮੈਂ ਤੁਹਾਡੇ ਵੱਲ ਫਿਰ ਆ ਰਿਹਾ ਬਈ ਇਹ ਤਾਂ ਹੋ ਗਿਆ ਬਈ ਸਪੈਲਿੰਗ ਮਿਸਟੇਕ ਆ, ਆਧੁਨਿਕੀਕਰਨ ਹੋ ਗਿਆ, ਬਿਜ਼ਨਸ ਦਾ ਲੈਵਲ ਬਣਾ ਲਿਆ ਉਹਨਾਂ ਨੇ ਇੱਕ। ਜੋ ਫੋਟੋ ਵੀ ਹੈ, ਜੋ ਸਟੈਚੂ ਵੀ ਆ, ਉਹ ਵੀ ਸ਼ਹੀਦ ਊਧਮ ਸਿੰਘ ਦਾ ਨਹੀਂ ਲੱਗਦਾ। ਪਰ ਇਹ ਕੀ ਕਾਰਨ ਹੋਇਆ ਕਿ ਐਡੇ ਵੱਡੇ ਲੋਕ, ਐਡੇ ਵੱਡੇ ਪੱਧਰ 'ਤੇ ਲੋਕ ਮਾਰੇ ਗਏ ਨੇ ਅਤੇ ਉਸ ਨੂੰ ਸਿਰਪਾਓ ਹਰਿਮੰਦਰ ਸਾਹਿਬ ਵਿੱਚ ਦਿੱਤਾ ਗਿਆ। ਕਾਰਨ ਕੀ ਹੋਊਗਾ? ਕੀ ਹਾਲਾਤ ਰਹੇ ਹੋਣਗੇ? ਚਾਲ ਸਾਹਿਬ, ਅੱਗੇ ਮੈਂ ਕਈ ਵਾਰ ਗੱਲ ਕੀਤੀ ਹੈ ਕਿ ਜਿਹੜੀ ਨਾ ਪੋਲੀਟਿਕਸ ਆ, ਅੱਜ ਜਿਹੜੀ ਰਾਜਨੀਤੀ ਆ ਇਸ ਤਰ੍ਹਾਂ ਦੀ ਇੰਨੀ ਕਰਪਟ ਹੋ ਚੁੱਕੀ ਹੈ। ਪਹਿਲਾਂ ਹੀ ਕਰਪਟ ਸੀ, ਉੱਦਾਂ ਇਹ ਨਹੀਂ ਗੱਲ। ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਲਿਖਣਾ ਸੀ ਕਿ ਲੋੜ ਪਈ ਸੀ ਕਿ ਰਾਜ ਬਿਨਾ ਨਾ ਧਰਮ ਚਲਾ ਹੈ। ਇਹ ਗੱਲ ਸਾਡੇ ਮੇਰੇ ਸਿੱਖ ਵੀਰ ਸਾਰੇ ਦੇਖਦੇ ਹੋਣਗੇ, ਉਹਨਾਂ ਲਈ ਵਿਚਾਰਨ ਵਾਲੀ ਗੱਲ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹ ਜਿਹੜਾ ਰਾਜਾ ਆ, ਹੁਕਮਰਾਨ ਆ, ਜਿਹੜਾ ਤੁਹਾਡੇ ਤੇ ਕੰਟਰੋਲ ਕਰ ਰਿਹਾ ਤੁਹਾਨੂੰ। ਸ਼ਾਇਦ ਭਗਵੰਤ ਜੀ ਕੋਈ ਇੱਕ ਕਾਲ ਆ, ਸ਼ਾਇਦ ਕੋਈ ਸਾਨੂੰ ਦੱਸਣਾ ਚਾਹੁੰਦਾ ਹੋਵੇ। ਜੀ, ਜੈ ਗੁਰਦੇਵ, ਜੈ ਭੀਮ ਜੀ। ਜੀ ਜਗਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਲੀਡਸ ਤੋਂ ਬੋਲਦਾ ਜੀ। ਜੀ ਹਾਂਜੀ, ਟੌਪਿਕ ਜਿਹੜਾ ਤੁਸੀਂ ਰੱਖਿਆ ਹੈਗਾ, ਜਿਹੜੀ ਗੱਲਬਾਤ ਕਰਦੇ ਆ, ਜਿੱਦਾਂ ਭਾਈ ਸਾਹਿਬ ਕਰਦੇ ਕਹਿੰਦੇ ਸੀਗੇ ਕਿ ਵੀ ਜਿਹੜਾ ਜਲਿਆਂਵਾਲਾ ਬਾਗ ਦਾ ਸਾਰਾ ਜਿਹੜੀ ਹਿਸਟੋਰੀਕਲ ਜਿਹੜੀ ਸਾਈਟਸ ਹੈਗੀਆਂ ਉਹ ਚੇਂਜ ਹੀ ਹੋ ਗਈ ਆ ਸਾਰੀ। ਜੀ ਦੇਖੋ ਜੀ, ਆਹ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਪਿਕਨਿਕ ਸਪੌਟ ਨਹੀਂ ਬਣਾ ਸਕਦੇ, ਕਿਉਂਕਿ ਇਹਦੇ ਨਾਲ ਸਾਡੀਆਂ ਭਾਵਨਾ ਜੁੜੀਆਂ ਆ। ਜੀ ਗਾਹਾਂ ਆਉਣ ਵਾਲੀ ਅਸੀਂ ਪਨੀਰੀ ਨੂੰ, ਬੱਚਿਆਂ ਨੂੰ ਅਸੀਂ ਆਪਣੇ ਇਤਿਹਾਸ ਦੇ ਬਾਰੇ 'ਚ ਕਿੱਦਾਂ ਦੱਸਾਂਗੇ? ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਹ ਪ੍ਰੀਜ਼ਰਵ ਕਰਨੀਆਂ ਚਾਹੀਦੀਆਂ ਸੀ। ਉੱਦਾਂ ਦੀਆਂ ਜਿੱਦਾਂ ਗੋਲੀਆਂ ਲੱਗੀਆਂ, ਉੱਦਾਂ ਜਿਹੜੀ ਉਹ ਗਲੀ ਜਿਹੀ ਸੀਗੀ, ਉਹ ਜੇ ਕੋਈ ਬੱਚੇ ਕਹਾਂ ਆਉਣਗੇ, ਸਕੂਲ ਦੇ ਬੱਚੇ ਆਉਣਗੇ ਜਾਂ ਉੱਦਾਂ ਦੇਖਣਗੇ ਵੀ ਜਲਿਆਂਵਾਲਾ ਬਾਗ ਦੇ ਵਿੱਚ ਇੱਦਾਂ ਘਟਿਆ ਸੀਗਾ, ਇੰਨੇ ਲੋਕ ਸ਼ਹੀਦ ਹੋਏ ਸੀਗੇ, ਤੇ ਉਹਨੂੰ ਇੱਕਦਮ ਹੀ ਤੁਸੀਂ ਐਜ਼ ਏ ਪਿਕਨਿਕ ਸਪੌਟ ਬਣਾਤਾ ਹੈਗਾ, ਐਜ਼ ਏ ਕਮਰਸ਼ੀਅਲ ਬਣਾਤਾ ਹੈਗਾ। ਇਹ ਚੀਜ਼ਾਂ ਔਰ ਉੱਥੇ ਲਾਈਟਨਿੰਗ ਦੇ ਹਿਸਾਬ ਦੇ ਨਾਲ ਜੇ ਲਾਈਟ ਹੋਇਆ ਕਰਨੀ ਹੈਗੀ ਆ, ਉੱਥੇ ਤੁਸੀਂ ਕੋਈ ਸੈਲੀਬ੍ਰੇਟ ਥੋੜੀ ਕਰਨੀ ਉਹ ਚੀਜ਼। ਉਹਦੇ ਨਾਲ ਸਾਡੇ ਨਾਲ ਭਾਵਨਾ ਜੁੜੀਆਂ ਹੈਗੀਆਂ, ਸਾਡੇ ਸ਼ਹੀਦਾਂ ਦੀ ਸ਼ਹਾਦਤਾਂ ਹੋਈਆਂ ਹੈਗੀਆਂ, ਅਸੀਂ ਉੱਥੇ ਖੁਸ਼ੀਆਂ ਮਨਾਉਣੀਆਂ ਹੈਗੀਆਂ। ਤੇ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਹੈਗੀ ਆ। ਔਰ ਮੈਨੂੰ ਸਮਝ ਨਹੀਂ ਆਉਂਦਾ ਕਿ ਮੋਦੀ ਸਾਹਿਬ ਨੂੰ ਜਾਂ ਕਿਸੇ ਨੂੰ ਕੋਈ ਐਡਵਾਈਜ਼ਰ ਕੌਣ ਹੈਗੇ ਆ ਜਿਹੜੇ ਉਹਨਾਂ ਨੂੰ ਇਦਾਂ ਦੀ ਐਡਵਾਈਸ ਦਿੰਦੇ ਹੈਗੇ ਆ। ਮੇਰੀ ਤਾਂ ਸਮਝ ਤੋਂ ਬਾਹਰ ਹੈਗਾ। ਨਹੀਂ ਤਾਂ ਤੁਸੀਂ ਇਸ ਮੁਲਕ ਦੇਖੋ ਭਾਈ ਸਾਹਿਬ ਜੀ, ਜਾਂ ਹੋਰ ਵੀ ਕਿਸੇ ਯੂਰਪ 'ਚ ਦੇਖੋ ਤੁਸੀਂ, ਜਿਹੜੀਆਂ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਹੈਗੀਆਂ 200 300 400 ਸਾਲ ਦੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਸੰਭਾਲ ਕੇ ਰੱਖਦੇ ਹੈਗੇ ਆ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਅਸੀਂ ਉਹਨਾਂ ਨੂੰ ਦੱਸਾਂਗੇ। ਪਰ ਸਾਡੇ ਮੁਲਕ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ। ਚਾਹੇ ਉਹ ਗੁਰਦੁਆਰੇ ਜਿਹੜੇ ਪੁਰਾਣੇ ਹਿਸਟੋਰੀਕਲ ਗੁਰਦੁਆਰੇ ਹੈਗੇ ਉਹਨਾਂ ਨੂੰ ਸੰਗਮਰਮਰ ਲਾਈ ਜਾਂਦੇ ਨੇ, ਔਰ ਅੱਜ ਦੀਆਂ ਜਿਹੜੀਆਂ ਜਲਿਆਂਵਾਲਾ ਬਾਗ ਹੈਗਾ ਆ ਉਹਨੂੰ ਉਹ ਕਮਰਸ਼ੀਅਲ ਬਣਾਈ ਜਾਂਦੇ ਹੈਗੇ ਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੰਮ ਜਾ ਕਿੱਥੇ ਰਿਹਾ ਹੈਗਾ। ਬਿਲਕੁਲ ਜੀ, ਤੁਹਾਡੀ ਕਿੱਥੇ ਕੰਮ ਰੁਕੂਗਾ? ਤੁਹਾਡੀ ਬਿਲਕੁਲ ਬਹੁਤ ਮਿਹਰਬਾਨੀ ਜੀ, ਤੁਹਾਡੀ ਭਾਵਨਾ ਨੂੰ ਅਸੀਂ ਸਮਝਦੇ ਹਾਂ। ਥੈਂਕ ਯੂ ਵੈਰੀ ਮਚ ਜੀ ਕਾਲ ਕਰਨ ਦੇ ਲਈ। ਫਿਰ ਦਰਸ਼ਕੋ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜੋ ਭਾਈ ਸਾਹਿਬ ਨੇ ਕਹੀਆਂ ਨੇ ਕਿ ਜਿਹੜੀ ਪ੍ਰੀਜ਼ਰਵ ਕਰਕੇ ਰੱਖਣ ਵਾਲੀਆਂ ਚੀਜ਼ਾਂ। ਅਸੀਂ ਵੀ ਟੂਰ ਦਾ ਕੰਮ ਕਰਦੇ, ਭਗਵੰਤ ਜੀ ਜਾਣਦੇ ਨੇ, ਕੁਲਵੰਤ ਜੀ ਜਾਣਦੇ ਨੇ। ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਵੀ ਜਿਹੜੇ ਸਾਡੇ ਨਾਲ ਟਰੈਵਲਰ ਗਿਆ ਆ, ਜੋ ਯਾਤਰੀ ਸਾਡੇ ਨਾਲ ਗਿਆ, ਅਸੀਂ ਉਹਨੂੰ ਇਤਿਹਾਸਕ ਚੀਜ਼ ਦਿਖਾ ਸਕੀਏ। ਕੁਲਵੰਤ ਜੀ, ਕਿਉਂ ਪਿਛਲੀ ਕੱਲ੍ਹ ਦੀ ਗੱਲ ਆ ਆਪਣੀ, ਪਰਸੋਂ, ਲੇਕਿਨ ਸਾਡੇ ਲੋਕਾਂ 'ਚ ਮਾਨਸਿਕਤਾ ਉਹਨਾਂ ਦੀ ਇਹ ਹੈ ਹੀ ਨਹੀਂ ਹੈ ਕਿ ਉਹ ਜਿਹੜੀ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਆ ਉਹਨਾਂ ਨੂੰ ਦੇਖ ਸਕਣ। ਹੁਣ ਪਿਛਲੇ, ਕਿਉਂਕਿ ਮੈਂ ਟੂਰ ਦਾ ਵੀ ਕੰਮ ਕਰਦਾ ਔਰ ਪਰਮਿਸ਼ਨ ਵੀ ਦਿੱਤੀ ਹੋਈ ਆ, ਸਾਡਾ ਪੰਜਾਬ ਟੂਰ ਹੈ, ਕਾਂਸ਼ੀ ਟੀਵੀ ਤੇ ਐਡ ਵੀ ਚੱਲਦੀ ਆ ਪੰਜਾਬ ਟੂਰ ਦੀ। ਜੇਕਰ ਕਾਂਸ਼ੀ ਟੀਵੀ ਤੋਂ ਕੋਈ ਸਾਨੂੰ ਕਾਲ ਆਏਗੀ ਔਰ ਦੱਸੇਗਾ ਤਾਂ ਅਸੀਂ ਉਹਨੂੰ ਡਿਸਕਾਊਂਟ ਵੀ ਦੇਵਾਂਗੇ। ਪਰ ਮੈਂ ਹੁਣ ਤੁਹਾਨੂੰ ਇਹ ਵੀ ਗੱਲ ਨਾਲ ਦੱਸਦਾ ਜਾਵਾਂ, ਆਪਣੇ ਕੰਮ ਕਰਦੇ ਹਾਂ ਕਿ ਭਗਵੰਤ ਤੇ ਕੁਲਵੰਤ ਪਿਛਲੇ 2 ਹਫ਼ਤੇ ਪਹਿਲਾਂ ਸਾਡੇ ਨਾਲ ਐਲ ਵਾਈਟ ਗਏ ਸੀ ਜੀ। ਇਹਨਾਂ ਨੂੰ ਮਹਿਲ ਦਿਖਾ ਲਿਆ, ਔਸਵਿਨ ਹਾਊਸ,
ਔਸਮਨ ਹਾਊਸ ਤੋਂ ਬਾਅਦ ਜਿਹੜਾ ਅਸੀਂ ਸਵਿਚ ਕਾਟੇਜ ਲੈ ਕੇ ਗਏ ਆ, ਉੱਥੇ ਕੀ ਸੀ ਜੀ? ਹਾਂਜੀ, ਉਹ ਜਿਹੜੀ ਸੈਕੰਡ ਵਰਲਡ ਵਾਰ ਸੀਗੀ ਜੀ, ਉਹਦੇ ਵਿੱਚ ਜਿਹੜਾ ਉਹ ਘਰ ਸੀਗਾ ਕਿਸੇ ਦਾ ਉਹ ਜੀ, ਤੇ ਉਹ ਡਿਸਟਰੋਏ ਹੋਇਆ ਕਿੱਦਾਂ, ਉਹ ਬੰਬ ਉਹਤੇ ਵੱਜ ਕੇ ਤਾਂ ਉਹਦੀ ਛੱਤ ਉੱਡ ਗਈ ਸੀ। ਤਾਂ ਉਹਨਾਂ ਨੇ ਹਜੇ ਸਵਿਟ ਕਾਟੇਜ ਜਿਹੜਾ ਔਸਮਨ ਹਾਊਸ ਤੋਂ ਬਾਅਦ ਆਪਾਂ ਲੈ ਕੇ ਗਏ, ਜਿੱਥੇ ਰੱਖੇ ਗਏ ਆ ਇਹ ਰਾਜਿਆਂ ਵੱਲੋਂ ਮਾਰ ਕੇ ਚੀਜ਼ਾਂ ਪ੍ਰੀਜ਼ਰਵ ਕਰਕੇ ਰੱਖੀਆਂ ਗਈਆਂ, ਉਹ ਵੀ ਤੇ ਹਾਂ ਜਿਹੜੇ ਤੁਸੀਂ ਗੱਲ ਕਰਦੇ ਪਹਿਲਾਂ ਉਹਦੇ ਕਰ ਮੈਂ ਫਿਰ ਦੱਸਦਾ। ਹਾਂਜੀ ਬਿਲਕੁਲ, ਦੇਖੋ ਜਿੱਦਾਂ ਮਹਾਰਾਜਾ ਦਲੀਪ ਸਿੰਘ ਨੂੰ ਕਿੱਦਾਂ ਲਿਆ ਕੇ ਉੱਥੇ ਰੱਖਿਆ ਗਿਆ ਸੀਗਾ, ਜਿਹੜਾ ਵਿਕਟੋਰੀਆ ਹਾਊਸ ਆ ਉਹ ਨਾ ਔਸਮਨ ਹਾਊਸ ਨੂੰ ਕਹਿ ਦਿੰਦੇ ਆਪਾਂ। ਚਲੋ ਜੇ ਆਲਾ ਵਾਈਟ ਦੇ ਵਿੱਚ ਆ ਤਾਂ ਉਹ ਉਹਦੇ ਤੇ ਜਿਹੜੀ ਬਲੈਕ ਪ੍ਰਿੰਸ ਫਿਲਮ ਵੀ ਬਣੀ ਆ, ਉਹ ਸਾਰੀ ਉੱਥੋਂ ਦੀ ਸ਼ੂਟ ਹੋਈ ਆ। ਸੋ ਇਦਾਂ ਦੀਆਂ ਹਿਸਟੋਰੀਕਲ ਬਿਲਡਿੰਗਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੀਆਂ ਨੇ, ਇਦਾਂ ਸਾਰੀਆਂ ਕੰਟਰੀਆਂ ਦੇ ਵਿੱਚ ਨੇ। ਇਹ ਆਪਾਂ ਦੇਖਦੇ ਹਾਂ ਜਦੋਂ ਤਾਂ ਸਾਡਾ ਇਤਿਹਾਸ ਆ, ਫਿਰ ਅਸੀਂ ਉਹਨੂੰ ਯਾਦ ਕਰਦੇ ਹਾਂ ਵੀ ਕਿੱਦਾਂ ਉਹ ਪੁਰਾਣੇ ਸਮੇਂ ਦੇ ਵਿੱਚ, ਅੱਜ ਤੋਂ 200 ਸਾਲ ਪਹਿਲਾਂ ਜਾਂ 300 ਸਾਲ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹਨਾਂ ਨੇ ਕਿੱਦਾਂ ਦੀ ਜ਼ਿੰਦਗੀ ਬਤੀਤ ਕੀਤੀ, ਉਹ ਕਿੱਦਾਂ ਰਹੇ। ਜੇ ਸੈਕੰਡ ਵਰਲਡ ਵਾਰ ਦੀ ਆਪਾਂ ਗੱਲ ਕਰਦੇ ਹਾਂ, ਉਹ ਬਿਲਡਿੰਗ ਦੀ ਗੱਲ ਕਰਦੇ ਹਾਂ ਵੀ ਉਹ ਕਿੱਦਾਂ ਉਹਦੀ ਜਿਹੜੀ ਛੱਤ ਆ ਉਹ ਉੜੀ ਹੋਈ ਆ, ਪਰ ਉਹ ਉਸ ਟਾਈਮ ਉਹ ਰੇਸ ਲੋਕਾਂ ਦਾ ਉਹ ਜਿਹਦਾ ਵੀ ਘਰ ਸੀਗਾ ਤਾਂ ਉਹਨਾਂ ਨੇ ਉੱਦਾਂ ਹੀ ਉਹਨੂੰ ਰੱਖਿਆ ਹੋਇਆ। ਸੋ ਇਦਾਂ ਦੀਆਂ ਬਹੁਤ ਸਾਰੀਆਂ ਹਿਸਟੋਰੀਕਲ ਬਿਲਡਿੰਗਾਂ ਨੇ। ਸਾਂਝੀ ਭਵਨ ਜੀ ਕਹਿਣਾ ਚਾਹੁੰਦੇ। ਚੱਲ ਜੀ, ਤੁਹਾਡਾ ਜਿਹੜਾ ਪਹਿਲਾ ਕੁਐਸਚਨ ਸੀਗਾ ਪਹਿਲਾਂ ਤੇ ਨਾਲ ਭਾਈ ਸਾਹਿਬ ਨੂੰ ਕਰਕੇ ਗਏ ਨੇ ਕਿ ਕੀ ਅਸਲ ਦੇ ਵਿੱਚ ਜਿਵੇਂ ਮੈਂ ਪਹਿਲਾਂ ਰਾਜ ਕਰਦਾ ਜਿਹੜੀ ਇਹ ਸਰਕਾਰਾਂ ਨੇ, ਇਹ ਤੁਹਾਡੀ ਮਾਨਸਿਕਤਾ ਨੂੰ ਕੰਟਰੋਲ ਕਰਨੀ ਚਾਹੁੰਦੀਆਂ। ਜੋ ਕੁਛ ਉਹ ਚਾਹੁੰਦੇ ਤੁਹਾਨੂੰ ਉਹ ਦਿਖਾਉਂਦੇ ਆ, ਉਸ ਤਰ੍ਹਾਂ ਤੁਹਾਨੂੰ ਉਹ ਬਣਾ ਲੈਂਦੇ ਨੇ। ਇਹਨਾਂ ਕੋਲ ਇਕਨੋਮਿਸਟ ਨੇ, ਇਹਨਾਂ ਕੋਲ ਸਪੈਸ਼ਲਿਸਟ ਨੇ, ਹਰੇਕ ਚੀਜ਼ ਦੇ ਸਕਾਲੋਜਿਸਟ ਨੇ। ਤੁਹਾਡੀ ਸਾਈਕੀ ਕਿਸ ਤਰ੍ਹਾਂ ਚੇਂਜ ਕਰਨੀ ਆ ਉਹ ਦੱਸਦੇ ਨੇ, ਔਰ ਉਸ ਵਿੱਚ ਕਾਮਯਾਬ ਪੂਰੀ ਤਰ੍ਹਾਂ ਨੇ। ਉਹ ਤੁਹਾਨੂੰ ਇਹ ਨਹੀਂ ਦਿਖਾਉਣਾ ਚਾਹੁੰਦੇ ਕਿ ਜਲਿਆਂਵਾਲੇ ਬਾਗ ਜਾ ਕੇ ਉੱਥੇ ਲੋਕ ਪੁੱਛਣ ਵੀ ਡਾਇਰ ਕਾਹਤੇ ਡਾਇਰ ਨੇ ਗੋਲੀ ਚਲਾਈ, ਰੋਲਟ ਐਕਟ ਕੀ ਸੀਗਾ, ਕਿਉਂ ਲੋਕ ਆਪਣੀ ਜਾਨਾਂ ਕੁਰਬਾਨ ਕਰ ਦਿੰਦੇ ਨੇ, ਕਿਉਂ ਲੋਕ ਇੰਨੇ ਉਹ ਗੱਲ ਤੁਹਾਨੂੰ ਇੱਧਰੋਂ ਨਹੀਂ ਜਾਂਦੇ। ਉਹ ਚਾਹੁੰਦੇ ਆ ਵੀ ਤੁਸੀਂ ਉੱਥੇ ਜਿਸ ਤਰ੍ਹਾਂ ਆਪਣੇ ਪੰਜਾਬੀ ਦੇ ਵਿੱਚ ਮੈਂ ਮਾਫ ਕਰਨਾ ਵੀ ਜੇ ਕੋਈ ਚੰਗਾ ਵੀ ਦੇਵੀ ਦੇ ਮੇਲੇ 'ਤੇ ਜਾਂਦੇ ਸੀ ਜਾਂ ਹੋਰ ਮੇਲਿਆਂ ਜਾਂਦੇ ਸੀ, ਸਾਨੂੰ ਕੋਈ ਦੇਵੀ ਤੱਕ ਕੋਈ ਮਤਲਬ ਨਹੀਂ ਹੁੰਦਾ, ਸਾਨੂੰ ਭੱਲਿਆਂ ਤੱਕ ਮਤਲਬ ਹੁੰਦਾ ਸੀ। ਜਿਹੜੀ ਉਹ ਮੇਲਾ ਬਣ ਕੇ ਰਹਿ ਜਵੇ, ਉਹ ਮੇਲਾ ਬਣ ਕੇ ਰਹਿ ਜਾਂਦਾ ਸੀਗਾ ਵੀ ਉਹ ਖਾ ਲਿਆ ਪੀ ਲਿਆ, ਚੰਗੀ ਕਾਫੀ ਪੀ ਲਈ ਅੰਦਰ ਜਾ ਕੇ ਤੇ ਬਾਹਰ ਆ ਗਏ ਆ ਤੇ ਬਹੁਤ ਸੋਹਣਾ ਸੀ, ਬਹੁਤ ਸੋਹਣਾ ਸੀ। ਅੰਮ੍ਰਿਤਸਰੀਏ ਸ਼ਾਮ ਨੂੰ ਜਾਣ ਉੱਥੇ ਤੇ ਕੁਲਫੀਆਂ ਤੇ ਚਾਟਾਂ ਖਾ ਕੇ ਆ ਜਾਣ। ਤੇ ਜਿਹੜੀ ਉਹ ਸਪਿਰਿਟ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਜਿਹੜਾ ਉਹਦੀ ਭਾਵਨਾ ਸੀ, ਜਿਹੜੀ ਉਹਦੀ ਅਸਲ ਦੇ ਵਿੱਚ ਜਿਹੜੀ ਮਤਲਬ ਸੀ ਉਸ ਜਗ੍ਹਾ ਦਾ ਜਿਹੜਾ ਅਸੀਂ ਚਾਹੁੰਦੇ ਸੀ, ਉਸ ਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਨੇ। ਤੇ ਐਸੇ ਤਰ੍ਹਾਂ ਹੀ ਉਹਨਾਂ ਦੇ ਪਿੱਛੇ ਕੌਣ ਬੈਠੇ ਨੇ, ਜਿੱਦਾਂ ਚਾਹਲ ਜੀ ਨੇ ਦੱਸਿਆ ਕਿ ਉਹਨਾਂ ਦੇ ਪਿੱਛੇ ਡਾਰ ਦੇ ਨਾਲ ਮਜੀਠੀਏ ਬੈਠੇ ਨੇ। ਉਹ ਦੋਵੇਂ ਰਲ ਕੇ, ਜਿਵੇਂ ਕਿ ਹੁਣ ਆ ਸਾਹਮਣੇ ਆ ਗਿਆ ਆਹ ਪੰਜਾਬ ਦੇ ਵਿੱਚ ਤੇ ਕਰਨਾਲ ਦੇ ਵਿੱਚ, ਹਰਿਆਣਾ ਦੇ ਵਿੱਚ ਜੋ ਕੁਛ ਹੋਇਆ, ਦੋਵਾਂ ਨੇ ਰਲ ਕੇ ਬਿਲਕੁਲ ਉਹਨਾਂ ਦੇ ਪਿੱਛੋਂ ਆਰਡਰ ਆਏ ਹੋਏ ਨੇ, ਉਸ ਤੇ ਚੱਲਦੇ ਪਏ ਨੇ। ਹਾਂਜੀ ਬਿਲਕੁਲ ਜੀ, ਭਗਵੰਤ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਯਾਰ ਦਰਸ਼ਕੋ, ਬਹੁਤ ਸਾਰੀਆਂ ਕਾਰਨ ਬੜੇ ਨੇ, ਬਹੁਤ ਸਾਰੀਆਂ ਗੱਲਾਂ ਜਿਹੜੇ ਇਹਨਾਂ ਦੇ ਪਿੱਛੇ ਜਾਈਏ। ਜਿਵੇਂ ਮੈਂ ਇੱਥੋਂ ਵੀ ਗੱਲ ਕੀਤੀ ਕਿ ਜਦੋਂ ਔਸਮਨ ਹਾਊਸ ਲੈ ਕੇ ਜਾਂਦੇ ਆ ਕਿ ਮੱਖੀ ਵੀ ਮਾਰ ਕੇ, ਮੱਛਰ ਵੀ ਮਾਰ ਕੇ, ਮੰਨੋਗੇ ਤੁਸੀਂ ਵੀ ਮੱਛਰ ਮਾਰਿਆ ਗਿਆ ਹੋਵੇ, ਮੱਖੀ ਮਾਰੀ ਗਈ ਹੋਵੇ, ਵੱਡੇ ਵੱਡੇ ਹਾਥੀ ਮਾਰੇ ਗਏ ਹੁਣ, ਬਹੁਤ ਸਾਰੇ ਜਾਨਵਰ ਮਾਰੇ ਕੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਐਲੋਵਾਈਟ ਦੇ ਵਿੱਚ ਰੱਖਿਆ ਗਿਆ। ਸਾਡੀ ਬਿਰਤੀ ਉਹੀ ਹੈ ਜੋ ਪਾਕਿਸਤਾਨ ਤੇ ਇੰਡੀਆ ਨਾਲ ਦੀ। ਤਾਂ ਹੁਣੇ ਪਿੱਛੇ ਜਾਏ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆ ਉਹ ਬੁੱਤ ਤੋੜਿਆ ਗਿਆ ਪਾਕਿਸਤਾਨ ਦੇ ਵਿੱਚ, ਜਿਹੜਾ ਘੋੜੇ ਦੇ ਉੱਤੇ ਸੀ। ਉਹ ਅਸੀਂ ਕਿਹੜੀ ਬਿਰਤੀ ਦੇ ਲੋਕ ਆ? ਅਸੀਂ ਆਪਣਾ ਜਿਹੜੇ ਸਾਡਾ ਪਿਛੋਕੜ ਆ ਉਹਨੂੰ ਅਸੀਂ ਯਾਦ ਨਹੀਂ ਰੱਖਦੇ। ਜੇਕਰ ਯਾਦ ਕਰਨਾ ਇਹਨਾਂ ਗੋਰਿਆਂ ਦੀ, ਜਾ ਕੇ ਐਲੋਵਾਈਟ ਦੇ ਵਿੱਚ ਔਸਮਨ ਹਾਊਸ 'ਚ ਕਦੇ ਟਾਈਮ ਲੱਗਿਆ ਤੇ ਜਾ ਕੇ ਦੇਖੋ ਕਿ ਔਸਮਨ ਹਾਊਸ ਦੇ ਵਿੱਚ ਗੱਭੇ ਸਮੁੰਦਰ ਦੇ ਵਿੱਚ ਇੰਡੀਆ ਦੇ ਰਾਜਿਆਂ ਦੀਆਂ ਫੋਟੋਆਂ ਉੱਥੇ ਕੀ ਕਰਦੀਆਂ। ਸੋ ਬੜੀਆਂ ਕੁਛ ਗੱਲਾਂ ਹੋਰ ਵੀ ਕਰਨ ਵਾਲੀਆਂ ਨੇ। ਕਈ ਵਾਰੀ ਕੀ ਹੁੰਦਾ, ਅਸੀਂ ਆਪਣੇ ਕੰਮ ਕਾਰ 'ਚ ਉਲਝ ਜਾਂਦੇ ਹਾਂ ਤੇ ਸਾਨੂੰ ਆਪਣੇ ਇਤਿਹਾਸ ਨਾਲ ਕਈ ਵਾਰੀ ਵਾਸਤਾ ਨਹੀਂ ਰਹਿੰਦਾ। ਕੀ ਲੈਣਾ ਇਤਿਹਾਸ ਤਾਂ ਪੜ੍ਹਨਾ ਜੇ ਨੌਕਰੀ ਮਿਲਣੀ ਹੈ, ਇਤਿਹਾਸ ਤਾਂ ਪੜ੍ਹਨਾ ਜੇ ਸਾਨੂੰ ਉਹਦੇ 'ਚ ਜਾ ਕੇ ਜਾਂ ਪ੍ਰੋਫੈਸਰ ਲੱਗਣਾ, ਹਿਸਟਰੀ ਟੀਚਰ ਲੱਗਣਾ, ਜਾਂ ਕੋਈ ਹਿਸਟਰੀ ਬਾਰੇ ਜਾਂ ਨੌਲੇਜ ਬਾਰੇ, ਜਾਂ ਜਦੋਂ ਅਸੀਂ ਘੁੰਮਣ ਜਾਣ ਬਾਰੇ, ਉਦੋਂ ਸਾਨੂੰ ਚੇਤਾ ਆਉਂਦਾ ਜਦੋਂ ਰਿਲੈਕਸ ਹੁੰਦੇ ਅਸੀਂ ਕੰਮ ਕੀਤਾ ਹੁੰਦਾ, ਪੈਸਾ ਆ ਜਾਂਦਾ। ਪੈਸਾ ਆਉਣ ਤੋਂ ਬਾਅਦ ਸਾਡੇ ਅਗਲਾ ਸਟੈਪ ਹੁੰਦਾ ਵੀ ਚਲੋ ਯਾਰ ਟੂਰ 'ਤੇ ਚੱਲਦੇ ਹਾਂ। ਲੇਕਿਨ ਸਾਡੇ ਸਮਾਜ ਦੇ ਲੋਕਾਂ ਦਾ ਟੂਰਾਂ 'ਤੇ ਜਾਣਾ ਕੀ ਹੈ ਕਿ ਰੋਟੀ ਨਹੀਂ ਮਿਲ ਰਹੀ। ਜਦੋਂ ਗਾਜਰਾਂ ਨਾ ਮਿਲਦੀਆਂ ਨਾ ਹੋਣ ਤਾਂ ਗਜ਼ਲਾਂ ਚੰਗੀਆਂ ਨਹੀਂ ਲੱਗਦੀਆਂ। ਸੋ ਉਹਨਾਂ ਦੇ ਨਾਲ ਇੱਕ ਸਵਾਲ ਜੀ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ ਜੀ, ਜੈ ਗੁਰਦੇਵ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੈ ਗੁਰਦੇਵ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤਿੰਨੇ ਵੀਰਾਂ ਨੂੰ, ਤੁਸੀਂ ਤਿੰਨੇ ਵਧਾਈ ਦੇ ਪਾਤਰ ਹੋ। ਥੈਂਕ ਯੂ ਜੀ। ਜਿਹੜਾ ਤੁਸੀਂ ਵਿਸ਼ਾ ਲਿਆਂਦਾ ਬਹੁਤ ਹੀ ਗੰਭੀਰ ਆ ਜੀ। ਹਾਂਜੀ। ਔਰ ਮੇਰੇ ਵੀਰ ਨੇ ਗੱਲ ਕੀਤੀ ਸੀ ਵੀ ਇਹ ਇੱਕ ਮਾਨਸਿਕ ਲੜਾਈ ਹੈਗੀ ਹੈ। ਇਹ ਬਿਲਕੁਲ ਦਰੁਸਤ ਹੈ ਜੀ।
ਕਿਉਂਕਿ ਜੇ ਜਿੱਦਾਂ ਮਲਕਮ ਐਕਸ ਨੇ ਕਿਹਾ ਸੀਗਾ, ਜੇ ਕਿਸੇ ਕੌਮ ਉਹਨਾਂ ਦਾ ਇਤਿਹਾਸ ਹੀ ਵਾਂਝਾ ਜਾਵੇ ਤਾਂ ਉਹ ਜਿੱਦਾਂ ਇੱਕ ਦਰਖਤ ਦੀਆਂ ਜੜ੍ਹਾਂ ਵੱਢੀਆਂ ਜਾਂਦੀਆਂ, ਇਸ ਤਰ੍ਹਾਂ ਹੈਗਾ ਜੀ। ਉਹ ਦਰਖਤ ਭਾਵੇਂ ਖੜਾ ਸੁੱਕ ਕੇ ਡਿੱਗ ਪੈਂਦਾ। ਹਾਂਜੀ, ਬਿਲਕੁਲ। ਇਹ ਜਿਹੜੀ ਚਾਲ ਹੈਗੀ ਆ, ਅਸਲ ਵਿੱਚ ਤਾਂ ਬ੍ਰਿਟਿਸ਼ ਨੇ ਵੀ ਇਹੀ ਕੰਮ ਕੀਤਾ ਸੀ ਜੀ। ਬ੍ਰਾਹਮਣਵਾਦੀਆਂ ਨੇ ਵੀ ਇਹੀ ਕੰਮ ਕੀਤਾ ਸੀ, ਜਾਤਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ। ਜੀ। ਫਿਰ ਬ੍ਰਿਟਿਸ਼ ਨੇ ਹਿੰਦੂ, ਸਿੱਖ, ਮੁਸਲਿਮ, ਈਸਾਈ ਕੌਮਾਂ ਇਹਦਾ ਗਰਦਾਨ ਕਰਕੇ ਇੱਕ ਦੂਜੇ ਨੂੰ ਲੜਾਈ ਗਏ। ਜੀ। ਜੋ ਹੋਇਆ ਇੱਥੇ ਅਫਗਾਨਿਸਤਾਨ ਦੇ ਵਿੱਚ ਵੀ ਇਹੀ ਚੱਕਰ ਚੱਲ ਰਿਹਾ। ਸੋ ਇਹ ਜਿਹੜੇ ਇੰਪੀਰੀਅਲਿਸਟ ਹੁੰਦੇ ਆ, ਹੁਣ ਅੱਜ ਦੇ ਜਿਹੜੇ ਸਾਡੇ ਹੈਗੇ, ਤੁਸੀਂ ਕਹਿੰਦੇ ਬਰਾਊਨ ਇੰਪੀਰੀਅਲਿਸਟ ਆ, ਜਿਹੜੇ RSS ਦੀ ਤੁਸੀਂ ਆਪ ਗੱਲ ਕੀਤੀ ਹੈ ਨਾ ਜੀ। RSS ਦਾ ਪ੍ਰੋਜੈਕਟ ਹੈਗਾ ਵੀ ਸਾਰਾ ਹੀ ਇਤਿਹਾਸ ਮੁੜ ਕੇ ਲਿਖਿਆ ਜਾਵੇ ਇਹਨਾਂ ਦੇ, ਤੁਸੀਂ ਕਹਿ ਸਕਦੇ ਵਿਦਿਆਂਤਿਕ ਟ੍ਰੈਡੀਸ਼ਨ ਜਾਂ ਇਹਨਾਂ ਦੇ ਆਪਣੇ ਜਿਹੜੇ ਹਿੰਦੂਤਵ ਮਿਥੋਲੋਜੀ ਦੇ ਰਾਹੀਂ। ਸੋ ਪੰਜਾਬ ਕਿਸਾਨੀ ਮੋਰਚਾ ਜਿਹੜਾ ਪੰਜਾਬ ਇਸ ਟਾਈਮ ਤੇ ਖੜਾ ਹੋ ਗਿਆ, ਇਹ ਸਿਰਫ ਕਿਸਾਨੀ ਇਸ਼ੂ ਨਹੀਂ ਹੈਗਾ, ਇਹ ਸਾਡੀ ਹੋਂਦ ਦਾ ਇਸ਼ੂ ਹੈ, ਸਾਡੀ ਇਤਿਹਾਸ ਦਾ ਇਸ਼ੂ ਹੈਗਾ। ਇਹ ਤੁਸੀਂ ਕਹਿ ਸਕਦੇ ਇੱਕ ਗੁਲਾਮੀ ਔਰ ਆਜ਼ਾਦੀ ਦੀ ਲੜਾਈ ਹੈ, ਹੋਰ ਕੋਈ ਦੋ ਰਾਵਾ ਹੈ ਨਹੀਂ। ਔਰ ਇਹ ਜੋ ਇਹਨਾਂ ਨੇ ਜਲਿਆਂਵਾਲੇ ਬਾਗ ਵਿੱਚ ਉਹ ਕੀਤਾ, ਇੱਕ ਝਲਕੀਆਂ ਸਾਨੂੰ ਮਿਲ ਰਹੀਆਂ, ਹੋਰ ਵੀ ਬਹੁਤ ਕੁਝ ਸਾਨੂੰ ਮਿਲਦਾ। ਸੋ ਅੱਜ ਹੁਣ ਮੌਕਾ ਹੈਗਾ ਵੀ ਅਸੀਂ ਸਾਰੇ ਹੀ ਇਕੱਠੇ ਹੋ ਕੇ ਉਹ ਹਿੰਦੂਤਵ ਜਿਹੜੀ ਇੱਕ ਨਵੀਂ ਇੰਪੀਰੀਅਲਿਜ਼ਮ ਆ, ਵੈਸੇ ਨਵੀਂ ਨਹੀਂ ਹੈਗੀ, ਤੁਹਾਨੂੰ ਪਤਾ ਗੋਲਵੱਕਰ ਵਰਗੇ ਤੁਹਾਨੂੰ ਆਪਣੇ 19 early 20th ਸੈਂਚੁਰੀ ਤੋਂ ਤੁਰੇ ਆ ਜੀ। ਸੋ ਸਾਡੀ ਲੜਾਈ ਬ੍ਰਾਹਮਣਵਾਦ ਦੇ ਨਾਲ ਹੈਗੀ ਆ, ਦੋ ਰਾਵਾਂ ਹੈ ਨਹੀਂ। ਤੇ ਇਹਦੇ ਲਈ ਆਪਾਂ ਤੁਸੀਂ ਵਧਾਈ ਦੇ ਪਾਤਰ ਹੋ। ਸਾਨੂੰ ਇਤਿਹਾਸ, ਸਾਨੂੰ ਸਾਰੇ ਆਪਣੇ ਯੋਧਿਆਂ ਦਾ ਇਤਿਹਾਸ ਬਰਕਰਾਰ ਰੱਖਣਾ ਚਾਹੀਦਾ। ਔਰ ਜਿੱਥੇ ਕਈ, ਕਿਉਂਕਿ ਤੁਹਾਨੂੰ ਇਹ ਵੀ ਪਤਾ ਵੀ ਕਈ ਯੋਧੇ ਸਾਡੇ ਉਹ ਵੀ ਸਰਕਾਰਾਂ ਮਿਟਾ ਦਿੰਦੇ ਉਹਨਾਂ ਦਾ ਇਤਿਹਾਸ, ਉਹ ਆਪਾਂ ਨੂੰ ਕੱਢ ਕੇ ਦਿਖਾਉਣਾ ਚਾਹੀਦਾ। ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਧੰਨਵਾਦ ਜੀ ਤੁਹਾਡਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਪਿਆਰੇ ਦਰਸ਼ਕੋ, ਮੈਂ ਗੱਲ ਕਰਦਾ ਕਿ ਜਦੋਂ ਗਾਜਰਾਂ ਦੀ ਲੋੜ ਹੋਵੇ ਤਾਂ ਗਜ਼ਲਾਂ ਦੀ ਗੱਲ ਨਹੀਂ ਚਾਹੀਦੀ। ਜਦੋਂ ਗਾਜਰਾਂ ਨਹੀਂ ਘਰ ਦੇ ਵਿੱਚ, ਲੋਕ ਫਿਰ ਗਜ਼ਲਾਂ ਦਾ ਕੀ ਕਰਨਗੇ। ਜੇਕਰ ਤੁਸੀਂ ਇੱਥੋਂ ਦੇ TV ਲਾ ਕੇ ਦੇਖੋ, ਖਬਰਾਂ ਸੁਣੋ, ਤਾਂ ਕਿਤੇ ਕਿਤੇ ਦੀਆਂ ਕੁਛ ਦੀਆਂ ਨੌਲੇਜ ਦੀਆਂ ਖਬਰਾਂ ਹੋਣਗੀਆਂ, ਜਾਂ ਮਾੜੇ ਕਿਤੇ ਮਾੜੀ 'ਚ ਚਾਕੂ ਵੱਜਿਆ ਜਾਂ ਕੋਈ ਇਸ ਤਰ੍ਹਾਂ ਦੀਆਂ ਹੋਣਗੀਆਂ। ਲੇਕਿਨ ਇੰਡੀਆ ਦੀਆਂ ਖਬਰਾਂ ਲਾ ਕੇ ਦੇਖੋ ਕਿ ਕੋਈ ਟਾਂਕੀ 'ਤੇ ਚੜ੍ਹਿਆ ਆ, ਕੁਛ ਹੜਤਾਲ ਕਰ, ਕਿਸੇ ਪਾਣੀ ਦੇ ਬੁਛਾੜ ਆ ਰਹੇ ਨੇ, ਕਿਸੇ ਦੇ ਡੰਡੇ ਪੈ ਰਹੇ ਨੇ। ਕੀ ਹਾਲਾਤ ਹੋ ਰਹੇ ਨੇ ਭਗਵਾਨ ਜੀ। ਇਹੀ ਖਬਰ ਅੱਜ ਦੀ ਕਿ ਪੰਜਾਬ ਦੇ ਲੋਕ, ਕਿਸਾਨ, ਮਜ਼ਦੂਰ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਆ, ਟੀਚਰ ਕਿਸੇ ਪਾਸੇ ਰੁਲ ਰਹੇ ਨੇ। ਇਹ ਕੀ ਹੋ ਰਿਹਾ ਜੀ ਭਗਵਾਨ ਜੀ? ਚਾਲ ਸਾਹਿਬ, ਜਿਹੜੀ ਆਪਾਂ ਨੂੰ ਸੋਚਣ ਵਾਲੀ ਗੱਲ ਇਹ ਆ ਵੀ ਇੱਕ ਪਾਸੇ ਕੱਚੇ ਜਿਹੜੇ ਸਾਡੇ ਵੀਰ ਮੁਲਾਜ਼ਮ ਨੇ, ਉਹ ਮੁਜ਼ਾਹਰੇ ਕਰਦੇ ਪਏ ਨੇ ਸਾਨੂੰ ਪੱਕੇ ਕਰੋ। ਇਸ ਜਿਹੜੀ ਸੋ ਕਾਲਡ ਰਮਿੰਦਰ ਸਰਕਾਰ ਜਾਂ ਕਾਂਗਰਸ ਸਰਕਾਰ ਆਈ ਹੈ, ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਪੱਕੇ ਕਰਾਂਗੇ। ਜਿਹੜੇ ਸਾਡੇ ਅਧਿਆਪਕ ਟੀਚਰ ਨੇ, ਉਹਨਾਂ ਦੀਆਂ ਇਹਨਾਂ ਨੇ ਜੌਬਸ ਕਿਹਾ ਅਸੀਂ ਪੱਕੀਆਂ ਕਰਾਂਗੇ ਨਵੇਂ। ਤਾਂ ਜਾਂ ਤੁਸੀਂ ਬਿਜਲੀ ਵਾਲੇ ਸੀ, ਜਾਂ ਹੁਣ ਥੋੜ੍ਹਾ ਚਿਰ ਪਹਿਲਾਂ, ਮਹੀਨਾ ਪਹਿਲਾਂ ਮੇਰੇ ਖਿਆਲ ਜ਼ਿਆਦਾ ਹੋਊਗਾ, ਸਾਡੇ ਸਫਾਈ ਕਰਮਚਾਰੀ, ਸਾਡੇ ਭਰਾ, ਉਹ ਸਟ੍ਰਾਈਕ 'ਤੇ ਸੀ ਚਾਰੇ ਪਾਸੇ। ਇਹ ਕਾਹਤੇ ਆਹ ਕਾਰਨ, ਕਿਉਂਕਿ ਉਹਨਾਂ ਦੇ ਵਿੱਚੋਂ ਬਿਲਕੁਲ ਜਿਹੜੇ ਨਾ ਇਨਕਮ ਹੈ ਬੰਦੇ ਦੀ, ਉਹ ਇੰਨੀ ਛੋਟੀ ਹੋ ਗਈ ਹੈ। ਜਿਹੜੀ ਪੈਸੇ ਦੀ ਵੈਲਿਊ ਮਨੀ ਹੈ ਨਾ, ਜਿਹੜੀ ਵੈਲਿਊ ਰੂਪੀ ਆ, ਉਹ ਇੰਨੀ ਜ਼ਿਆਦਾ ਘਟਾ ਦਿੱਤੀ ਗਈ ਕਿ ਆਮ ਆਦਮੀ ਦਾ ਗੁਜ਼ਾਰਾ ਨਹੀਂ ਹੋ ਰਿਹਾ। ਅਤੇ ਉਹਨਾਂ ਕੋਲ ਸੈਕਿੰਡ ਹੈ ਜੌਬਸ ਵੀ ਹੈ ਨਹੀਂ ਗੀਆਂ। ਅਤੇ ਜਦੋਂ ਕੋਈ ਵੀ ਇਕੋਨਮੀ ਤਾਂ ਹੀ ਕੰਮ ਕਰਦੀ ਹੈ ਜੇ ਲੋਕਾਂ ਕੋਲ ਕੰਮ ਹੋਣ, ਲੋਕ ਕੋਈ ਚੀਜ਼ ਪ੍ਰੋਡਿਊਸ ਕਰਦੇ ਹੋਣ, ਕੋਈ ਚੀਜ਼ ਨਵੀਂ ਬਣ ਕੇ ਮਾਰਕੀਟ ਦੇ ਵਿੱਚ ਆਉਂਦੀ ਹੋਵੇ, ਅਤੇ ਵੇਚਣ, ਖਰੀਦਣ, ਉਹਦੀ ਆਵਾਜਾਈ, ਸਭ ਕੁਛ ਉਹਦੇ ਨਾਲ ਜੁੜਿਆ ਹੋਇਆ। ਅਤੇ ਜਿਹੜੇ ਹੁਣ ਅਧਿਆਪਕ ਹੈ, ਆਪਾਂ ਆਮ ਕਾਫੀ ਚਰਚਾ ਚੱਲਦੀ ਪਈ ਹੈ, ਅਤੇ ਮੈਂ ਕਹਿੰਦਾ ਖਾਸ ਟਾਈਮ ਦੇਣਾ ਚਾਹੀਦਾ ਕਿ ਕਿਸ ਤਰ੍ਹਾਂ ਪੜ੍ਹਾਈ ਦਾ ਪੰਜਾਬ ਦੇ ਵਿੱਚ ਘਾਣ ਕੀਤਾ ਗਿਆ, ਅਤੇ ਹਿਮਾਚਲ ਦੇ ਮੁਕਾਬਲੇ ਸਾਡੇ ਪੰਜਾਬ ਦੇ ਵਿੱਚ ਕਿੱਦਾਂ ਸਕੂਲ ਕਾਲਜ ਬਿਲਕੁਲ ਖਤਮ ਕਰ ਦਿੱਤੇ ਗਏ ਆ, ਕਿਸ ਤਰ੍ਹਾਂ ਪ੍ਰਾਈਵੇਟ ਕੀਤੇ ਗਏ ਆ। ਪ੍ਰਾਈਵੇਟ ਕਰਨ ਨਾਲ ਇਹ ਆ ਵੀ ਜਿਸ ਤਰ੍ਹਾਂ ਮੈਂ ਉਹ ਗੱਲ ਕਾਫੀ ਵੱਡੀ ਹੋ ਜਾਂਦੀ ਆ ਵੀ ਉਹੀ ਗੱਲ ਹੋ ਜਾਂਦੀ ਹੈ ਮੁੜ ਕੇ ਫੇਰ ਕਿ ਤੁਹਾਡੀ ਜਿਹੜੀ ਉਹ ਪ੍ਰਾਈਵੇਟ ਹੈ ਉਸ ਦੇ ਵਿੱਚ ਉਹ ਕੀ ਪੜ੍ਹਾਉਣਾ ਚਾਹੁੰਦੇ ਨੇ ਉਹ ਉਹਨਾਂ ਦੀ ਮਰਜ਼ੀ 'ਤੇ ਆ। ਜਿਹੜੇ ਸਰਕਾਰੀ ਸਕੂਲ ਸੀ ਜਾਂ ਆਪਣੇ ਉਹ ਸੀ ਉਸ ਦੇ ਵਿੱਚ ਸੀਗਾ। ਅਤੇ ਇਹਦੇ ਨਾਲ ਅਸੀਂ ਇਹ ਵੀ ਕਿ ਅਧਿਆਪਕਾਂ ਨੂੰ ਜਿਹੜਾ ਹੈਗਾ ਸਾਰਾ ਕੁਛ ਅਸਲ ਦੇ ਵਿੱਚ ਕੀ ਲੋਕਾਂ ਨੂੰ ਇਕੱਠੇ ਹੋ ਕੇ ਇਹ ਗੱਲ ਨੂੰ ਵਿਚਾਰਨ ਦੀ ਲੋੜ ਹੈ। ਜਿੰਨੇ ਵੀ ਉਹ ਨੇ ਕੋਲ ਇਕੱਠੇ ਹੁੰਦੇ ਜਾਂਦੇ ਪਏ ਨੇ ਅਤੇ ਉਮੀਦ ਹੈਗੀ ਆ ਕਿ ਅਸੀਂ ਜਿਹੜੀਆਂ ਸਰਕਾਰਾਂ ਆ ਇਹਨਾਂ ਦੇ ਕੰਨਾਂ ਦੇ ਵਿੱਚ ਇਹ ਜ਼ਰੂਰ ਗਜਾਵਾਂਗੇ। ਬਹੁਤ ਮਿਹਰਬਾਨੀ ਜੀ। ਕਿਸਾਨ ਰੋਲ ਰਿਹਾ ਆ, ਟੀਚਰ ਰੋਲ ਰਿਹਾ ਆ। ਭਗਵਾਨ ਜੀ ਨੇ ਗੱਲ ਕੀਤੀ ਕਿ ਕੰਮਕਾਰ ਨਹੀਂ ਹੈ। ਹੁਣ ਕੰਮਕਾਰ ਨਹੀਂ ਹੈ ਤਾਂ ਕੀ ਏਅਰ ਇੰਡੀਆ ਦੀ ਨਿਲਾਮੀ ਹੋਏਗੀ ਭਗਵਾਨ ਜੀ? ਹਾਂਜੀ ਚਾਹਲ ਜੀ, ਵੀ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੀਆਂ ਇਹ ਖਬਰਾਂ ਨੇ ਅੱਜ ਕੱਲ੍ਹ ਜੀ, ਵੀ ਪੂਰਾ ਜਿਹੜਾ ਭਾਰਤ ਆ ਉਹ ਸੇਲ 'ਤੇ ਲੱਗਿਆ ਹੋਇਆ ਜੀ।
ਜਣੀ ਮੋਦੀ ਜੀ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਜੀ। ਜਣੀ ਇਹ ਮੋਦੀ ਭਗਤਾਂ ਲਈ ਖੁਸ਼ਖਬਰੀ ਆ ਵੀ ਜੇ ਕਿਸੇ ਨੇ ਵੀ ਕੋਈ ਵੀ ਚੀਜ਼ ਖਰੀਦਣੀ ਹੋਵੇ, ਚਾਹੇ ਉਹ 에ਅਰਪੋਰਟ ਖਰੀਦਣੇ ਹੋਣ, ਜਣੀ ਚਾਹੇ ਸੜਕਾਂ ਭਾਰਤ ਦੀਆਂ ਖਰੀਦਣੀਆਂ ਹੋਣ, ਚਾਹੇ ਹੋਰ ਅਦਾਰੇ ਖਰੀਦਣੇ ਹੋਣ, ਤੇ ਉਹ ਤਾਂ ਚਾਹਲ ਜੀ ਤੁਸੀਂ ਵੀ ਖਰੀਦ ਸਕਦੇ ਆ ਵੀ ਜਣੀ ਸੇਲ ਤੇ ਅੱਜ ਕੱਲ੍ਹ ਜੀ। ਅੰਮ੍ਰਿਤਸਰ ਵਾਲਾ 에ਅਰਪੋਰਟ ਤਾਂ ਜੀ ਮੇਰੇ ਲਈ ਛੱਡ ਦਿਓ। ਬਿਲਕੁਲ ਦੇਖੋ ਤੁਸੀਂ, ਹਾਂਜੀ ਤੁਹਾਨੂੰ ਲਾਗੇ ਪੈਂਦਾ ਤਾਂ ਜ਼ਰੂਰ ਤੁਹਾਨੂੰ ਹੀ ਲੈਣਾ ਚਾਹੀਦਾ ਉਹ, ਕਿਉਂਕਿ ਬਾਦਲਾਂ ਨੇ ਆਪਣਾ 에ਅਰਪੋਰਟ ਬਣਾ ਲਿਆ ਆ ਬਠਿੰਡੇ ਦੇ ਵਿੱਚ, ਸੋ ਕੈਪਟਨ ਨੇ ਆਪਣਾ ਬਣਾ ਲਿਆ ਹਲਵਾਰੇ, ਸੋ ਇਹਨਾਂ ਦਾ ਫਿਰ ਹੁਣ ਤੁਹਾਨੂੰ ਵੀ ਤਾਂ ਲੈਣਾ ਚਾਹੀਦਾ ਹੀ ਆ। 500 ਸੋ ਇਹ ਬਹੁਤ ਵਧੀਆ ਗੱਲ ਆ, ਕਿਉਂਕਿ ਲੈ ਲੈਣਾ ਚਾਹੀਦਾ ਜਦੋਂ ਕੋਈ ਚੀਜ਼ ਵਿਕ ਰਹੀ ਆ। ਦੇਖੋ ਇਹ ਬੜੀ ਮੰਦਭਾਗੀ ਘਟਨਾ ਆ ਜਿਹੜੀ ਵਾਪਰ ਰਹੀ ਆ ਪੂਰੇ ਭਾਰਤ ਦੇ ਵਿੱਚ। ਚਾਹਲ ਜੀ ਦੇਖੋ, ਮੈਂ ਜੇ ਦੱਸਾਂ ਤੁਹਾਨੂੰ ਵੀ 2600 ਕਿਲੋਮੀਟਰ ਦੀਆਂ ਸੜਕਾਂ ਵਿਕਾਊ ਨੇ ਭਾਰਤ ਦੇ ਵਿੱਚ ਜੀ। ਜਿਹੜੇ ਟਾਵਰ ਸਰਕਾਰੀ BSNL ਆ ਉਹ ਵਿਕਾਊ ਆ, 400 ਰੇਲਵੇ ਸਟੇਸ਼ਨ ਵਿਕਾਊ ਆ ਤੇ 90 ਯਾਤਰੀ ਟ੍ਰੇਨਾਂ ਵਿਕਾਊ ਆ, ਬਿਜਲੀ ਦੇ ਗ੍ਰਿਡ ਵਿਕਾਊ ਨੇ, ਥਰਮਲ ਪਲਾਂਟ ਵਿਕਾਊ ਨੇ, FCI ਦੇ ਗੋਦਾਮ ਵਿਕਾਊ ਨੇ ਜਿਨ੍ਹਾਂ ਵਿੱਚ ਝੋਨਾ ਤੇ ਕਣਕ ਦੀ ਜਿਹੜੀ ਆ ਪੈਦਾਵਾਰ ਜਦੋਂ ਹੋਣ ਤੋਂ ਬਾਅਦ ਉਹਨਾਂ ਨੂੰ ਸਟੋਰੇਜ ਕੀਤਾ ਜਾਂਦਾ। 9 ਭਾਰਤ ਦੀਆਂ ਬੰਦਰਗਾਹਾਂ ਵੱਡੀਆਂ ਵਿਕਾਊ ਆ। ਦੇਸ਼ ਦੇ ਸਾਰੇ ਬੜੇ ਵੱਡੇ ਬੈਂਕ ਆ ਉਹ ਵਿਕਾਊ ਨੇ। ਪੂਰੇ ਭਾਰਤ ਦੇ ਸਰਕਾਰੀ ਸਕੂਲ ਆ ਜਿਹੜੇ ਉਹ ਪ੍ਰਾਈਵੇਟ ਹੋਣ ਜਾ ਰਹੇ ਆ। ਜਣੀ ਇੱਥੋਂ ਤੱਕ ਜਾਣੀ ਕਿ ਪੁਲਿਸ ਦੇ 50 ਤੋਂ ਵੱਧ ਜਿਹੜੇ ਮਹਿਕਮੇ ਆ ਉਹ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੀ ਆ ਗੌਰਮੈਂਟ। ਤੁਸੀਂ ਇਹ ਆਪ ਹੀ ਸੋਚ ਲਓ ਵੀ ਜਿਹੜੇ ਇਹ ਮੋਦੀ ਭਗਤ ਅਜੇ ਵੀ ਜਿਹੜੇ ਆ ਕਹਿੰਦੇ ਸੀ ਵੀ ਅੱਛੇ ਦਿਨ ਆਉਣਗੇ ਜਾਂ ਅੱਛੇ ਦਿਨ ਅਸੀਂ ਆ ਰਹੇ ਆ, ਮੋਦੀ ਜੀ ਲਿਆ ਰਹੇ ਆ, ਉਹ ਅੱਖਾਂ ਜਰਾ ਖੋਲ੍ਹਣ ਤੇ ਨਾਲੇ ਉਹਨਾਂ ਨੂੰ ਮੈਂ ਚਾਹੂੰਗਾ ਕਿ ਕਿਸੇ ਚੰਗੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਇਲਾਜ ਵੀ ਕਰਾਉਣਾ ਚਾਹੀਦਾ, ਕਿਉਂਕਿ ਅੱਛੇ ਦਿਨ ਆਉਣੇ ਨਹੀਂ, ਇਹ ਜਾ ਰਹੇ ਆ। ਇਹ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਇਹ ਪੂਰੇ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨਗੀਆਂ, ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਨਗੀਆਂ। ਤੁਸੀਂ ਦੇਖਦੇ ਰਹੋ, ਜੇ ਨਾ ਲੋਕ ਉੱਠ ਕੇ ਖੜੇ ਹੋਏ ਤਾਂ ਇਹ ਸਾਨੂੰ ਬਹੁਤ ਮਾੜਾ ਸਮਾਂ ਜਿਹੜਾ ਸਾਡੇ ਤੇ ਆਉਣ ਵਾਲਾ। ਮੈਂ ਮੁੱਲ ਵਿਕਣ ਨੂੰ ਆਇਆ ਨਹੀਂ, ਮੈਨੂੰ ਲੈ ਲਓ ਕੋਈ, ਜਾ ਮੋਇਆਂ ਦੀ ਮੰਡੀ ਵੇ ਤੇਰੇ ਗਾਹਕ ਬਥੇਰੇ। ਸੋ ਜਿੰਨੀਆਂ ਚੀਜ਼ਾਂ ਤੁਸੀਂ ਗਿਣਾ ਦਿੱਤੀਆਂ, ਮੈਨੂੰ ਲੱਗਦਾ ਕਿ ਆਪਾਂ ਨੂੰ ਉਧਰ ਨੂੰ ਮੁੱਖ ਕਰਨਾ ਚਾਹੀਦਾ। ਅਗਲਾ ਸਵਾਲ ਹੈ ਜੀ, ਸਭ ਤੋਂ ਜ਼ਰੂਰੀ ਪੁਆਇੰਟ ਜਿਹੜਾ ਹੈਗਾ ਜੀ, ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਇਹ ਜਿਹੜੇ ਅਦਾਰੇ ਨੇ ਵਿੱਚੋਂ 에ਅਰਪੋਰਟਸ ਜਾਂ ਬਿਜਲੀ ਦੇ ਮਹਿਕਮੇ, ਉਹ ਪ੍ਰੋਫਿਟ ਮੇਕਰ ਨੇ, ਉਹ ਗੌਰਮੈਂਟ ਨੂੰ ਕਮਾ ਕੇ ਦੇ ਰਹੇ ਨੇ। ਇੱਕ ਤਾਂ ਚੀਜ਼ ਹੁੰਦੀ ਕਿ ਤੁਹਾਡੇ ਕੋਲ ਚੀਜ਼ ਸੰਭਾਲ ਨਹੀਂ ਹੁੰਦੀ ਹੈ ਨਾ, ਤਾਂ ਕਰਕੇ ਤੁਸੀਂ ਪ੍ਰਾਈਵੇਟ ਦਿੰਦੇ ਹੋ, ਵੇਚ ਦਿੰਦੇ ਹੋ। ਪਰ ਇੱਥੇ ਉਹ ਜਿਹੜੀ ਚੀਜ਼ਾਂ ਉਹ ਲਾਭ ਦੇ ਰਹੀਆਂ, ਜਿਹਨਾਂ ਦੀ ਸਰਕਾਰ ਚਲਾ ਸਕਦੀ ਆ ਉਹ ਨੇ, ਤੇ ਉਹ ਸਰਕਾਰ ਕਿਹਾ ਤਾਂ ਉਸ ਲੋਕਾਂ ਨੂੰ ਦੇਣੀ ਚਾਹੁੰਦੀ ਆ। ਇਹ ਫਿਰ ਆਪਾਂ ਬੇਸ਼ੱਕ ਹਾਂਜੀ ਚਾਲ ਜੀ, ਇਹੀ ਤਾਂ ਮੈਂ ਸਵਾਲ ਵੀ ਅਗਲਾ ਇਹੀ ਆ ਕਿ ਸਰਕਾਰ ਨਿਲਾਮ ਕਰ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ, ਜਦ ਕਿ ਕੈਪਟਨ ਦੇ 95 ਵਾਅਦੇ ਜਿਹੜੇ ਪੂਰੇ ਹੋ ਚੁੱਕੇ ਆ। ਮੁੜ ਫਿਰ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਦੌੜ ਭੱਜ ਹੋ ਰਹੀ ਆ। ਕੁਲਵੰਤ ਜੀ, 95% ਵਾਅਦੇ ਹੋ ਚੁੱਕੇ ਆ ਪੂਰੇ, ਕਿੰਨਾ ਸੱਚ ਕਿੰਨਾ ਝੂਠ? ਚਾਹਲ ਜੀ, ਜੇਕਰ ਕੈਪਟਨ ਸਰਕਾਰ ਨੇ 95% ਵਾਅਦੇ ਪੂਰੇ ਕਰ ਦਿੱਤੇ ਆ ਜੀ, ਤਾਂ ਫਿਰ ਜਿਹੜੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਆ ਤਾਂ ਉਹਦੇ ਕਾਰਨ ਕੀ ਨੇ ਜੀ? ਪਿੱਛੇ ਥੋੜੇ ਦਿਨਾਂ ਦੀ ਗੱਲ ਆ, ਲਵਲੀ ਯੂਨੀਵਰਸਿਟੀ ਜਿਹੜੀ ਜਲੰਧਰ ਦੇ ਵਿੱਚ ਆ, ਉਹ ਇੰਟਰਨੈਸ਼ਨਲ ਪੱਧਰ ਦੀ ਯੂਨੀਵਰਸਿਟੀ ਆ, ਸਾਨੂੰ ਸਾਰਿਆਂ ਨੂੰ ਪਤਾ। ਉਹਦੇ ਵਿੱਚ ਦੇਖੋ ਜਿਹੜਾ ਹੈਗਾ ਆ ਪੁਲਿਸ ਵਾਰਡਨ ਦਾ, ਜੇਲ੍ਹ ਵਾਰਡਨ ਦਾ ਜਾਣੀ ਕਿ ਪੇਪਰ ਐਗਜ਼ਾਮ ਸੀਗਾ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਆ ਉੱਥੇ ਉਹ ਪੇਪਰ ਦੇਣ ਲਈ ਆਏ ਨੌਕਰੀ ਦੀ ਭਾਲ ਦੇ ਵਿੱਚ। ਜੇਕਰ ਕੈਪਟਨ ਸਰਕਾਰ ਨੇ 95% ਵਾਅਦੇ ਪੂਰੇ ਕਰ ਦਿੱਤੇ, ਘਰ ਘਰ ਨੌਕਰੀ ਦੇ ਦਿੱਤੀ, ਤਾਂ ਫਿਰ ਉਹ ਲੋਕ ਜਿਹੜੇ ਉਹ ਸਟੂਡੈਂਟ ਸੀਗੇ ਉਹ ਕਿੱਥੋਂ ਆਏ? ਉਹ ਵੀਅਤਨਾਮ ਤੋਂ ਆਏ ਆ ਜਾਂ ਚਾਈਨਾ ਤੋਂ ਆਏ ਆ ਜਾਂ ਲਾਂਭਲੇ ਜਿਹੜੇ ਸਾਡੇ ਪਾਕਿਸਤਾਨ ਲੱਗਦਾ ਸਾਡਾ ਗੁਆਂਢੀ ਮੁਲਕ, ਉਹਨਾਂ ਤੋਂ ਆਏ ਆ। ਜਣੀ ਹਾਸੋਹੀਣੀਆਂ ਗੱਲਾਂ ਹੋ ਰਹੀਆਂ। ਇਹ ਲੋਕ ਠੱਗ ਨੇ, ਇਹਨਾਂ ਨੇ ਠੱਗਣਾ ਲੋਕਾਂ ਨੂੰ। ਮੰਦਹਾਲੀ ਦੀ ਹਾਲਤ ਦੇ ਵਿੱਚ ਅੱਜ ਭਾਰਤ ਜਿਹੜਾ ਉਹ ਲੰਘ ਰਿਹਾ ਤੇ ਗੁਜ਼ਰ ਰਿਹਾ। ਚਾਹਲ ਜੀ, ਇਹ ਬਹੁਤ ਮੰਦੀਆਂ ਜਿਹੜੀਆਂ ਮਾੜੀਆਂ ਖਬਰਾਂ ਅਸੀਂ ਰੋਜ਼ ਸੁਣ ਰਹੇ ਹਾਂ। ਇਹ ਪੂੰਜੀਵਾਦੀਆਂ ਨੂੰ ਸਾਰਾ ਕੁਝ ਜਿਹੜਾ ਭਾਰਤ ਦਾ ਜਿਹੜਾ ਸਟਰਕਚਰ ਆ ਸਾਰਾ ਕੁਝ ਵੇਚਣਾ ਚਾਹੁੰਦੇ। ਜਿੱਦਾਂ ਆਪਾਂ ਗੱਲ ਕੀਤੀ ਆ, ਉਹਨਾਂ ਨੂੰ ਖੁਸ਼ ਕਰਨ ਲਈ ਜਿਹੜਾ ਭਾਰਤ ਆ, ਚਾਹਲ ਜੀ, ਇਹ ਗੁਲਾਮੀ ਵੱਧ ਰਿਹਾ। ਜਣੀ ਇੱਥੋਂ ਦੀ ਜਿਹੜੀ ਬਹੁਤੀ ਆਬਾਦੀ ਆ, ਹੁਣ ਇਹੋ ਹਾਲਾਤ ਹੋ ਜਾਣੇ ਆ ਵੀ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਊਗਾ। ਜੇਕਰ ਨਾ ਲੋਕ ਉੱਠੇ ਤਾਂ ਇਹ ਫਿਰ ਜਿਹੜੀ ਆਜ਼ਾਦੀ ਦੀ ਦੂਜੀ ਲੜਾਈ ਦੀ ਫਿਰ ਜਿਹੜੀ ਆ ਸ਼ੁਰੂਆਤ ਆ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਕਰਨੀ ਪੈਣੀ ਆ। ਇਹ ਮੰਦੀ ਹਾਲਾਤ ਆ ਜਿਹੜੇ ਆ ਹੁਣ ਇਹ ਦੇਸ਼ ਦੇ ਉੱਤੇ ਜਿਹੜੇ ਬੱਦਲ ਆ ਉਹ ਮੰਡਰਾ ਰਹੇ ਆ ਜਿਹੜੇ ਆ ਨਾ। ਇਹ ਬਾਕੀ ਭਗਵੰਤ ਜੀ ਤੁਸੀਂ ਕਿੰਨਾ ਕੁ ਸਹਿਮਤ ਹੋ? ਹਾਲ 'ਚ ਮੈਂ
ਇਸ ਗੱਲ ਦੇ ਉੱਤੇ ਕਹੂੰਗਾ ਵੀ ਹਾਂ ਅਰਮਿੰਦਰ ਜੀ ਨੇ ਕਰ ਦਿੱਤੀ, ਆਪਣੇ 95% ਪੂਰੇ ਕਰ ਦਿੱਤੇ। ਹਾਂ ਜੀ, ਪਰਸੋਂ 20 ਕਿਲੋ ਫੀਮ ਫੜੀ ਆ ਕਿ ਨਹੀਂ ਫੜੀ, ਇਹ ਤਾਂ ਖਬਰ ਆ ਗਈ ਆ, ਕਿਉਂਕਿ ਇੰਨੀ ਕੁ ਤਾਂ ਸਾਡੇ ਪੰਜਾਬ ਦੇ ਥਾਣੇ ਪਈ ਰਹਿੰਦੀ ਆ। ਜੀ 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 ਉੱਥੇ ਕਿਉਂਕਿ ਉਹਨੇ ਗੁਟਕਾ ਹੱਥ ਫੜ ਕੇ ਚਿੱਟਾ ਬੰਦ ਕਰਨੇ ਦੀ, ਡਰੱਗਸ ਬੰਦ ਕਰਨੇ ਦੀ ਗੱਲ ਕੀਤੀ ਸੀ, ਤੇ ਆਮ ਲੋਕਾਂ ਨੂੰ ਤਾਂ ਐਸੇ ਭੁਲੇਖੇ 'ਚ ਰੱਖਿਆ ਗਿਆ। ਤੇ ਉਹ ਐਸੇ ਗੱਲ ਨੂੰ ਕੁਲਵੰਤ ਜੀ ਉਹ 95% ਕਹਿੰਦੇ ਪਏ ਆ ਵੀ ਉਹਨਾਂ ਨੇ ਫੀਮ 20 ਕਿਲੋ ਫੜਾਤੀ ਆ ਅਖੀਰ 'ਚ ਆ ਕੇ, ਤਾਂ ਅਖੀਰਲੇ 4.5 ਸਾਲ ਤੋਂ ਬਾਅਦ। ਤੇ ਉਹ ਇਹ ਗੱਲ ਦੀ ਖੁਸ਼ੀ ਦੇ ਵਿੱਚ ਉਹ ਕਹਿੰਦੇ ਉਹਨਾਂ ਦਾ ਕੰਮ ਪੂਰਾ ਹੋਇਆ ਜੀ। ਹਾਂਜੀ, ਉਹਨਾਂ ਲਈ ਬਸ ਇੰਨਾ ਪੰਜਾਬੀਆਂ ਵਾਲਾ ਤਾਂ ਹਾਲ ਇਹ ਹੋ ਗਿਆ ਚਾਹਲ ਜੀ, ਆਪਣੇ ਭਗਵਾਨ ਜੀ, ਵੀ ਅੱਗੇ ਖੂਹ ਤੇ ਪਿੱਛੇ ਖਾਈ, ਦਿਸਦਾ ਕੁਛ ਹੈ ਨਹੀਂ। ਵੱਧ ਤੋਂ ਵੱਧ ਇਹੀ ਆ ਵੀ +2 ਕਰੋ ਤਾਂ ਬਾਹਰ ਨੂੰ ਕਿਸੇ ਮੁਲਕ ਦੀ ਤੇ ਫਲੈਟ ਫੜੋ, ਤਾਂ ਇਹ ਕੁਛ ਰਹਿ ਗਿਆ ਸਾਡੇ ਪੱਲੇ। ਲੋਕ ਉੱਠ ਖੜੇ ਆ, ਉੱਠ ਰਹੇ ਆ, ਤੇ ਮੈਂ ਕਹਿੰਦਾ ਵੀ ਵਧਾਈ ਦੇ ਪਾਤਰ ਆ ਜੀ। ਮੈਨੂੰ ਲੱਗਦਾ ਕਾਲ ਆ, ਮੈਨੂੰ ਲੱਗਦਾ। ਹਾਂਜੀ, ਲੈ ਲਓ। ਜੈ ਗੁਰਦੇਵ ਜੈ ਭੀਮ ਜੀ। ਹੈਲੋ, ਨਹੀਂ ਕੁਛ ਪਤਾ ਨਹੀਂ ਲੱਗਦਾ। 95% ਪਤਾ ਨਹੀਂ ਕੈਪਟਨ ਨੇ ਵਾਅਦੇ ਪੂਰੇ ਕੀਤੇ ਜਾਂ ਕੀ ਕੀਤਾ, ਲੇਕਿਨ ਮੈਨੂੰ ਨਾ ਪਤਾ ਵੀ 95% ਮੂਰਖ ਬਣ ਗਿਆ ਲੋਕਾਂ ਨੂੰ। 95% ਲੋਕ ਉਹ ਤਾਂ ਦੇਖੋ ਚਾਹਲ ਜੀ, ਉਹ 70-75 ਸਾਲਾਂ ਤੋਂ ਮੂਰਖਤਾ ਸਾਨੂੰ ਬਣਾ ਰਹੇ ਆ। ਜੇ ਸਾਡੇ ਹਾਲਾਤ ਅੱਜ ਐਜੂਕੇਸ਼ਨ ਦੇ ਇਹ ਕਰ ਦਿੱਤੇ ਆ, ਹੈਲਥ ਸਰਵਿਸ ਦੇ ਇਹ ਕਰ ਦਿੱਤੇ ਆ, ਸੜਕਾਂ ਦੇ ਕਰ ਦਿੱਤੇ ਆ, ਹੋਰ ਸਾਡੇ ਕੋਲ ਸਟਰਕਚਰਲੀ ਕੁਛ ਹੈ ਨਹੀਂ। ਐਜੂਕੇਸ਼ਨ ਸਾਡੇ ਕੋਲ ਹੈ ਨਹੀਂ, ਨੌਕਰੀਆਂ ਸਾਡੇ ਕੋਲ ਹੈ ਨਹੀਂ ਆ, ਇੰਡਸਟਰੀ ਸਾਡੇ ਕੋਲ ਹੈ ਨਹੀਂ ਗੀ, ਤੇ ਸਾਡੇ ਕੋਲ ਹੈਗਾ ਕੀ ਆ? ਬੇਸ਼ਰਮੀ ਆ ਵੀ ਜਾਣੀ ਇਹਨਾਂ ਨੂੰ 5 ਸਾਲ ਬਾਅਦ ਫੇਰ ਵੋਟਾਂ ਪਾਈ ਚੱਲੋ। ਸਾਡੇ ਕੋਲ ਹੈਗਾ A ਫॉर ਐਪਲ, ਜਾਣੀ 5000 ਕਰੋੜ ਦੀ ਘੱਟ ਤੋਂ ਘੱਟ ਜਿਹੜੇ ਐਪਲ ਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਕਾਸ਼ਤ ਹੁੰਦੇ ਨੇ ਹਰ ਸਾਲ 5000 ਕਰੋੜ ਦੇ। ਅੱਛਾ ਜੀ। ਲੇਕਿਨ ਅੱਜ ਭਾਰਤ ਪੰਜਾਬ ਦੇ ਵਿੱਚ ਉਹ 150 ਤੋਂ 250 ਤੋਂ ਸ਼ੁਰੂ ਹੁੰਦੇ ਆ ਅੱਛੇ ਐਪਲ ਲੈਣ ਲਈ। ਫਿਰ ਸਾਡੇ ਗਰੀਬਾਂ ਲਈ 250 ਦੇ ਕਿਲੋ ਲੈਣ ਦੇ ਲਈ A ਫॉर ਐਪਲ ਲਿਖਿਆ ਰਹਿ ਜਾਏਗਾ ਕੰਧ ਦੇ ਉੱਤੇ, ਖਾਧਾ ਨਹੀਂ ਜਾਏਗਾ। ਕੀ ਖਿਆਲ ਹੈ ਜੀ? ਚਾਹਲ ਜੀ ਦੇਖੋ, ਜਿਹੜੀ ਤੁਸੀਂ ਸੇਬ ਦੀ ਗੱਲ ਕਰਦੇ ਆ ਜਾਂ ਫਰੂਟ ਦੀ ਗੱਲ ਕਰਦੇ ਆ, ਇਹ ਮਨੁੱਖ ਲਈ ਕਿੰਨਾ ਜ਼ਰੂਰੀ ਆ, ਕਿਉਂਕਿ ਇਹ ਪ੍ਰੋਟੀਨ ਆ ਇਹ, ਹੈ ਨਾ। ਸੋ ਸਾਡੇ ਲਈ ਇਹ ਜ਼ਰੂਰੀ ਆ। ਜਿਹੜੀ ਤੁਸੀਂ 5000 ਕਰੋੜ ਦੀ ਤੁਸੀਂ ਇਕਨੋਮੀ ਦੀ ਗੱਲ ਕਰਦੇ ਆ ਹਿਮਾਚਲ ਦੀ, ਇਹਦੇ ਨਾਲ ਆਪਾਂ ਨਾਲ ਗੱਲ ਕਰੀਏ ਜੰਮੂ ਕਸ਼ਮੀਰ ਦੀ। ਜਦੋਂ ਅਸੀਂ ਸੇਬ ਦੀ ਗੱਲ ਕਰਦੇ ਆ ਤਾਂ ਜੰਮੂ ਕਸ਼ਮੀਰ ਦਾ ਨਾਂ ਆ ਜਿਹੜਾ ਉਹ ਸਾਡੀ ਜ਼ੁਬਾਨ ਤੇ ਉਸੇ ਟਾਈਮ ਆ ਜਾਂਦਾ, ਕਿਉਂਕਿ ਜਿਹੜੀ ਸੇਬ ਦੀ ਫਸਲ ਆ ਸਭ ਤੋਂ ਜ਼ਿਆਦਾ ਉਹ ਜੰਮੂ ਕਸ਼ਮੀਰ ਦੇ ਵਿੱਚ, ਜਾਣੀ ਕਿ ਠੰਡੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਜ਼ਿਆਦਾ ਕਾਸ਼ਤ ਦੀ ਹੁੰਦੀ ਆ। ਤੁਸੀਂ ਗੱਲ ਕਰ ਰਹੇ ਆ ਵੀ ਇਹ ਸਿਰਫ ਪੇਪਰ ਤੇ ਲਿਖਿਆ ਹੋਇਆ ਰਹਿ ਜਾਣਾ, ਇਹ ਤਾਂ ਰਹਿ ਚੁੱਕਿਆ ਚਾਹਲ ਜੀ। ਦੇਖੋ 10 ਰੁਪਏ ਤੋਂ 12 ਰੁਪਏ ਕਿਲੋ ਜਿਹੜਾ ਆ ਸੇਬ, ਇਹ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਆ ਕਾਰਪੋਰੇਟਾਂ ਨੇ, ਉੱਥੋਂ ਇਹ ਸਾਰਾ ਇਹਨਾਂ ਦਾ ਐਗਰੋ ਜਿਹੜਾ ਅਡਾਨੀ ਐਗਰੋਜ਼ ਆ, ਫਰੂਟ ਆ, ਉਹ ਉੱਥੋਂ ਖਰੀਦਦੇ ਆ ਇਹ ਜੀ। ਜਿਹੜੀ ਉਹ ਦੇਖੋ ਫਿਰ ਮੁੜ ਕੇ ਇਹ ਇਹਨਾਂ ਦੇ ਸਟੋਰਾਂ ਦੇ ਵਿੱਚ ਆ ਕੇ ਉਹੀ ਸੇਬ ਆ ਜਿਹੜਾ ਦਣੀ 150 ਰੁਪਏ ਕਿਲੋ ਤੋਂ 250 ਰੁਪਏ ਕਿਲੋ ਸੇਬ ਆ ਜਿਹੜਾ ਉਹ ਵਿਕਦਾ ਆ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵਿਕ ਰਿਹਾ ਹੈ ਜੀ। ਇਹ ਤਾਂ ਜ਼ਰੂਰੀ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਇਹ ਸਰ ਪੇਪਰ ਤੇ ਲਿਖਿਆ ਰਹਿ ਜਾਊਗਾ, ਇਹ ਤਾਂ ਲਿਖਿਆ ਰਹਿ ਚੁੱਕਿਆ ਹੀ ਆ, ਤਾਂ ਰਹਿ ਗਿਆ। ਦੇਖੋ ਗਰੀਬ ਬੰਦਾ ਜਿਹਦੀ ਦਿਹਾੜੀ ਸਿਰਫ 300 ਰੁਪਏ ਕਿਲੋ 300 ਰੁਪਏ ਆ ਜਾਂ 350 400 ਰੁਪਏ, ਉਹ 300 ਰੁਪਏ ਕਿਲੋ ਸੇਬ ਲੈ ਕੇ ਕਿੱਦਾਂ ਖਾ ਸਕਦਾ? ਬਿਲਕੁਲ। ਜਿਹੜੀ ਇਹੀ ਗੋਭੀ ਦੇ ਫੁੱਲ ਦੀ ਹੋਣ ਵਾਲੀ ਆ ਚਾਹਲ ਜੀ, ਚਾਹੇ ਇਹੀ ਸਾਡੀਆਂ ਸਬਜ਼ੀਆਂ ਦਾਲਾਂ ਜਿਹੜੀਆਂ ਉਹਨਾਂ ਦੇ ਹਾਲਾਤ ਲਾ ਲਓ, ਇਹੀ ਸਾਡਾ ਤੇਲ ਲਾ ਲਓ, ਸਰੋਂ ਦਾ ਤੇਲ ਲਾ ਲਓ ਤੜਕਾ ਲਾਉਣ ਲਈ, ਜਾਂ ਹੋਰ ਜਿਹੜੇ ਵੈਜੀਟੇਬਲਸ ਹੈਗੇ ਆ, ਸਾਡੇ ਤੇ ਬਹੁਤ ਵੱਡੇ ਜਿਹੜੇ ਆ ਬੱਦਲ ਆ ਜਿਹੜੇ ਉਹ ਜਾਣੀ ਕਿ ਉਹ ਮੰਡਰਾ ਰਹੇ ਆ। ਦੇਖੋ ਆਜ਼ਾਦੀ ਦੀ ਇਹ ਲੜਾਈ ਸ਼ੁਰੂ ਹੋ ਚੁੱਕੀ ਆ। ਜਿਹੜੇ ਲੋਕ ਹਜੇ ਵੀ ਕਹਿੰਦੇ ਆ ਨਾ ਘਰਾਂ ਦੇ ਵਿੱਚ ਵੀ ਇਹ ਸਾਡੀ ਲੜਾਈ ਨਹੀਂ ਹੈਗੀ, ਚਾਹਲ ਜੀ ਉਹ ਭੁੱਲ ਜਾਣ। ਇਹ ਲੜਾਈ ਇੱਕ ਗਰੀਬ ਮਜ਼ਲੂਮ ਮਜ਼ਦੂਰ ਤੇ ਕਿਸਾਨ ਤੇ ਹਰ ਇੱਕ ਉਸ ਪੰਜਾਬੀ ਦੀ ਤੇ ਭਾਰਤੀ ਦੀ ਲੜਾਈ ਆ। ਜੇ ਅਸੀਂ ਆਪਣੇ ਸਕੂਲਾਂ ਨੂੰ ਫਿਰ ਦੁਬਾਰਾ ਲੀਹ ਤੇ ਲਿਆਉਣਾ, ਤਾਂ ਯੂਨੀਵਰਸਿਟੀਆਂ ਨੂੰ ਲਿਆਉਣਾ, ਜਾਂ ਅਸੀਂ ਕਾਲਜਾਂ ਨੂੰ ਲਿਆਉਣਾ, ਜਾਂ ਅਸੀਂ ਰੋਡਾਂ ਦੀ ਗੱਲ ਕਰਨੀ ਆ, ਜਾਂ ਅਸੀਂ ਹੈਲਥ ਦੀ ਗੱਲ ਕਰਨੀ ਆ, ਤਾਂ ਸਾਨੂੰ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਹੱਕ ਹਕੂਕ ਲਈ ਲੜਨਾ ਪਊਗਾ। ਨਹੀਂ ਤਾਂ ਇਹ ਅੰਬਾਨੀਆਂ ਅਡਾਨੀਆਂ ਦਾ ਕੋਈ ਬਹੁਤੀ ਦੇਰ ਨਹੀਂ ਲੱਗਣੀ, ਇਹ ਗੁਲਾਮ ਹੋਇਆ ਦੇਸ਼, ਅਸੀਂ ਫਿਰ ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਿਆ ਕਰਾਂਗੇ। ਜੀ ਭਗਵਾਨ ਜੀ, A ਫॉर ਐਪਲ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਜੀ। ਹਾਂਜੀ ਜੀ। ਤੁਹਾਨੂੰ ਆਵਾਜ਼ ਆ ਰਹੀ ਜੀ ਮੇਰੀ? ਤੁਸੀਂ ਆਨ 에ਅਰ? ਤੁਸੀਂ ਆਨ 에ਅਰ ਆ ਜੀ? ਹਾਂਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਖਾਲਸਾ ਫਤਿਹ ਜੀ। ਹਾਂਜੀ, ਜੋ ਆਪਨੇ ਵਿਸ਼ਾ ਰੱਖਿਆ ਹੈ ਬਹੁਤ ਹੀ ਆਪ ਵਧਾਈ ਦੇ ਪਾਤਰ ਹੋ ਜੀ।
ਜਿੱਦਾਂ ਭਾਜੀ ਕਹਿੰਦੇ ਨੇ ਕਿ ਇਹ ਜਿਹੜੀ ਲੜਾਈ ਇੰਡੀਆ ਦੇ ਪੰਜਾਬ ਦੇ ਵਿੱਚ ਆਰੰਭ ਹੋਈ ਹੈ ਇਕੱਲੇ ਕਿਸਾਨਾਂ ਦੀ, ਕਿਸਾਨ ਅੰਦੋਲਨ ਸਾਰੇ ਵਰਗ ਦੀ ਲੜਾਈ ਆ ਜੀ। ਕੋਈ ਵੀ ਚਾਹੇ ਗਰੀਬ ਆ ਚਾਹੇ ਅਮੀਰ ਆ, ਇਹ ਹਰੇਕ ਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ। ਜੇਕਰ ਅਸੀਂ ਹੁਣ ਵੀ ਸੁੱਤੇ ਰਹੇ ਜੀ ਤੇ ਇੱਕ ਬਹੁਤ ਮੰਦਭਾਗੀ ਗੱਲ ਹੋਵੇਗੀ। ਜਿਸ ਤਰ੍ਹਾਂ ਇਹ ਦਾਨੀ ਅਵਾਨੀ ਆਪਣੇ ਤੇ ਗੱਲਾਂ ਪਾ ਰਿਹਾ ਹੈਗਾ ਆ, ਤੇ ਬਹੁਤ ਮਹਿੰਗਾਈ ਹੋ ਜਾਣੀ ਆ, ਤੇ ਜਿਹੜਾ ਗਰੀਬ ਆ ਵਿਚਾਰਾ ਉਹ ਕਦੀ ਵੀ ਉੱਥੇ ਖੁਸ਼ਹਾਲ ਨਹੀਂ ਰਹਿ ਸਕਦਾ। ਜੋ ਉੱਥੇ ਅੰਦੋਲਨ ਚੱਲ ਰਿਹਾ ਹੈ ਉਹਦੀ ਡਟ ਕੇ ਸਪੋਰਟ ਕਰਨੀ ਚਾਹੀਦੀ ਹੈ। ਕਿਸੇ ਵੀ ਵਰਗ ਦਾ ਬੰਦਾ ਹੈ ਉੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜਾ ਗਰੀਬ ਆ ਵਿਚਾਰਾ ਗਰੀਬ ਤੁਰਿਆ ਜਾਂਦਾ, ਜਿਹੜਾ ਅਮੀਰ ਆ ਅਮੀਰ ਹੋਈ ਜਾਂਦਾ ਹੈ। ਬਿਲਕੁਲ ਦਰੁਸਤ ਆ ਤੁਹਾਡੀ ਗੱਲ। ਦੂਸਰੀ ਗੱਲ ਇਹ ਆ, ਜਦੋਂ ਇਲੈਕਸ਼ਨਾਂ ਹੁੰਦੀਆਂ ਅਸੀਂ ਉੱਥੇ ਦੇ ਲੋਕ ਜਿਹੜੇ ਆ ਸ਼ਰਾਬ ਦੀ ਬੋਤਲ ਤੇ ਆਪਣੀ ਵੋਟ ਦੇ ਦਿੰਦੇ ਆ, ਔਰ ਉਹਦਾ ਖਿਮਾਜਾ ਸਾਨੂੰ ਹੁਣ ਭੁਗਤਣਾ ਪੈਂਦਾ। ਹੁਣ ਜੇ ਉਹ ਵੋਟ ਦੀ ਆਪਣੀ ਜਾਣੀ ਵੈਲਿਊ ਉਹਨਾਂ ਨੂੰ ਸੋਚਣੀ ਚਾਹੀਦੀ ਹੈਗੀ ਆ ਕਿ ਇੱਕ ਸ਼ਰਾਬ ਦੀ ਬੋਤਲ ਤੇ ਆਪਣੇ ਆਪ ਨੂੰ ਵਿਕਣਾ ਨਹੀਂ ਚਾਹੀਦਾ। ਉੱਥੇ ਕਿਸੇ ਵੀ ਜਿਹੜੀ ਵੀ ਪਾਰਟੀ ਆ ਉੱਥੇ, ਚਾਹੇ ਕਾਂਗਰਸ ਆ, ਅਕਾਲੀ ਆ, ਚਾਹੇ ਦੂਸਰੇ ਆ, ਠੀਕ, ਉਹਨਾਂ ਨੂੰ ਜਿਹੜੇ ਅੱਛੇ ਬੰਦੇ ਉੱਥੇ ਕੋਈ ਵੀ, ਮਿਹਰਬਾਨੀ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਚਾਹੀਦਾ ਤਾਂ ਜੋ ਸਾਡੀਆਂ ਜਿਹੜੀਆਂ ਸਮੱਸਿਆ ਆ ਉਹ ਹੱਲ ਹੋ ਸਕਣ। ਥੈਂਕ ਯੂ ਜੀ, ਤੁਹਾਡੀ ਗੱਲ ਬਿਲਕੁਲ ਸਹੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਬਿਲਕੁਲ ਸ਼ਰਾਬ ਤੇ ਵਿਕ ਕੇ ਜਦੋਂ ਵੋਟ ਪਾਈ ਜਾਊਗੀ ਤੁਸੀਂ ਉਸ ਤੋਂ ਬਾਅਦ ਉਹਨਾਂ ਤੋਂ ਆਸ ਨਹੀਂ ਰੱਖ ਸਕਦੇ ਕੁਲਵੰਤ ਭਗਵੰਤ ਜੀ ਟਿਕ ਸਕੇਗਾ ਜਾਂ ਰਨ ਆਊਟ ਹੋਏਗਾ ਸਿੱਧੂ ਕਾਂਗਰਸ ਦਾ ਪ੍ਰਧਾਨ, ਕਿਉਂਕਿ ਅੱਜ ਕੱਲ੍ਹ ਬ੍ਰੈਕਟਾਂ ਛੱਡ ਕੇ ਖੇਡ ਰਿਹਾ। ਕੀ ਖਿਆਲ ਹੈ ਤੁਹਾਡਾ? ਚਾਹਲ ਜੀ, ਆਪਾਂ ਸਿੱਧੂ ਦੀ ਗੱਲ ਪਿਛਲੇ ਕੁਝ ਕੁ ਵੀਕਾਂ ਤੋਂ ਨਹੀਂ ਕੀਤੀ, ਅੱਜ ਆਪਾਂ ਕਰਨੀ ਚਾਹੀਦੀ ਆਪਾਂ ਨੂੰ। ਜੀ ਜੀ ਬਿਲਕੁਲ ਬਿਲਕੁਲ। ਵੀ ਜਦੋਂ ਸਿੱਧੂ ਦੀ ਤਾਜਪੋਸ਼ੀ ਹੋਈ ਜੀ, ਬੜਾ ਉਹਦੀ ਓਪਨਿੰਗ ਹੈ ਜਿਹੜੀ ਉਹ ਧੂਮ-ਧਾਮ ਦੇ ਨਾਲ ਹੋਈ, ਤਾਂ ਭੰਗੜੇ ਪਾਏ, ਤਾਂ ਨਜ਼ਾਰੇ ਉਹਨਾਂ ਨੇ ਬਹੁਤ ਲਏ ਜੀ। ਜਾਣੀ ਉਹ ਅੱਜ ਦੀ ਡੇਟ ਦੇ ਵਿੱਚ ਇਹ ਆ ਵੀ ਭਾਸ਼ਣ ਉਹਨੇ ਬਹੁਤ ਦਿੱਤੇ ਜਦੋਂ ਉਹ ਸਟੇਜਾਂ ਤੇ ਆ ਕੇ ਕਿ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਦੇਖੋ ਬਿਜਲੀ ਦੇ ਜਿਹੜੇ ਸਮਝੌਤੇ ਹੋਏ ਸੀ ਮੈਂ ਰੱਦ ਕਰ ਦੂੰਗਾ, ਮੈਂ ਮਜੀਠੀਏ ਨੂੰ ਫੜ ਕੇ ਮੈਂ ਇਹਨੂੰ ਅੰਦਰ ਕਰੂੰਗਾ ਜਾਂ ਮੈਂ ਇਹਨੂੰ ਟੰਗ ਸੁੱਟੂੰਗਾ, ਟੰਗ ਦੂੰਗਾ। ਬੜੀਆਂ ਬਾਹਾਂ ਚਾੜ ਕੇ ਉਹਨੇ ਸਟੇਜਾਂ ਦੇ ਉੱਤੇ ਗੱਲਾਂ ਕੀਤੀਆਂ ਜੀ। ਪਰ ਦੂਜੇ ਪਾਸੇ ਜਿਹੜੀ ਲਾਲਚ ਆ, ਉਹ ਲਾਲਚ ਇਹ ਆ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਦਾ ਜਿਹੜਾ ਆ ਉਹ ਚਿਹਰਾ ਉਹ ਬਣਾ ਦਿੱਤਾ ਜਾਵੇ। ਆਪਾਂ ਇਹਨੂੰ ਜਾਰੀ ਰੱਖਾਂਗੇ। ਮੇਰਾ ਸਵਾਲ ਇਹ ਆ ਵੀ ਜਿਹੜਾ ਹੁਣ ਉੱਠਿਆ ਸਵਾਲ ਪਹਿਲਾਂ ਹੀ ਆ ਬਈ ਜਿਹੜਾ ਇਹ ਰੌਲਾ ਪਾਉਂਦੇ ਆ ਮਜੀਠੀਏ ਨੂੰ ਮੈਂ ਅੰਦਰ ਕਰਾ ਦੂੰਗਾ, ਮਜੀਠੀਏ ਦਾ ਮੈਂ ਕਰ ਲੂ, ਉਹ ਸਾਲ ਆ, ਉਹ ਸਹੁਰ ਆ, ਜਿਹੜੀਆਂ ਇਦਾਂ ਦੀਆਂ ਗੱਲਾਂ ਚੱਲਦੀਆਂ, ਕਿ ਇਹਨਾਂ ਦੇ ਨਾਲ ਜਿਹੜੀ ਆਮ ਜਨਤਾ ਜਦੋਂ ਵਾਹ ਕਰਦੀ ਆ ਉਹਨਾਂ ਨੂੰ ਫਾਇਦਾ ਹੈਗਾ ਕੋਈ? ਉਹਨਾਂ ਨੂੰ ਕੋਈ ਨੌਕਰੀ ਜਾਂ ਕੋਈ ਮਿਲ ਜੂ ਕੁਛ? ਨਹੀਂ, ਇਹਨਾਂ ਦਾ ਆਪਣੇ ਆਪਸ ਵਿੱਚ ਹੀ ਕਾਟੋ ਕਲੇਸ਼ ਆ। ਇਹ ਚਾਚੇ ਭਤੀਜੇ ਵਾਲੀਆਂ ਗੱਲਾਂ ਆ। ਦੇਖੋ, ਇਹ ਪਹਿਲਾਂ ਸਿੱਧੂ ਉਹੀ ਗੱਲ ਕਹਿ ਰਿਹਾ ਸੀਗਾ ਵੀ ਇਹ 25 ਤੇ 75 ਵਾਲਾ ਜਿਹੜਾ ਮੈਚ ਆ ਇਹ ਰਲ ਕੇ ਖੇਡਦੇ ਆ, ਤੇ ਹੁਣ ਸਿੱਧੂ ਕਿਹੜਾ ਕੋਈ ਹੋਰ ਬਾਹਰ ਕਿਸੇ ਹੋਰ ਪਾਰਟੀ ਦੇ ਵਿੱਚ ਆ, ਤੇ ਉਹ ਵੀ ਤਾਂ ਉਸੇ ਕਾਂਗਰਸ 'ਚ ਹੀ ਆ। ਬਿਲਕੁਲ, ਜੇ ਉਹ ਰਲ ਕੇ ਖੇਡਦੇ ਆ ਤਾਂ ਫਿਰ ਸਿੱਧੂ ਕੀ ਕਰ ਰਿਹਾ? ਸੋ ਸਿੱਧੂ ਦੇ ਪੱਲੇ ਕੁਛ ਹੈ ਨਹੀਂ, ਉਹ ਕੁਛ ਕਰ ਨਹੀਂ ਸਕਦਾ ਹੈਗਾ। ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਵਿਕਟਾਂ ਛੱਡ ਕੇ ਖੇਡ ਰਿਹਾ ਜਾਂ ਉਹ ਰਨ ਆਊਟ ਹੋਊਗਾ, ਦੇਖੋ ਇਸ ਗੱਲ ਦੇ ਵਿੱਚ ਤਾਂ ਇਹੀ ਆ ਚਾਹਲ ਜੀ ਵੀ ਜਾਂ ਚੌਕਾ ਛਿੱਕਾ ਲੱਗਣ ਦੀ ਆਸ ਕੋਈ ਨਹੀਂ ਹੈਗੀ ਜੀ। ਜਣੀ ਸਿੱਧੂ ਦੀ ਇਹ ਜਿਹੀ ਹਾਲਾਤ ਬਣ ਗਏ ਆ ਵੀ ਉਹ ਸਟੰਪ ਆਊਟ ਅੱਜ ਨਹੀਂ ਹੋਇਆ ਤਾਂ ਕੱਲ ਨੂੰ ਹੋਇਆ ਜੀ। ਜਣੀ ਇਹੋ ਜਿਹੇ ਹਾਲਾਤ ਜਿਹੜੇ ਕਾਂਗਰਸ ਨੇ ਉਹਦੇ ਬਣਾਤੇ ਆ। ਜਿਹੜੇ ਸਿੱਧੂ ਦੇ ਚਹੇਤੇ ਸੀਗੇ, ਜਿਹੜੇ ਕੈਬਨਿਟ ਮੰਤਰੀ ਇਹਦੇ ਪਾਲੇ ਦੇ ਵਿੱਚ ਸੀ, ਜਿਹੜੇ ਇਹਦੇ ਬੱਸ ਦੇ ਵਿੱਚ ਇਹਦੇ ਨਾਲ ਬੈਠ ਕੇ ਝੂਟੇ ਲੈਂਦੇ ਸੀ, ਜਦੋਂ ਉਹ ਥੋੜੇ ਦਿਨ ਪਹਿਲਾਂ ਉਹਨਾਂ ਨੇ ਮੀਟਿੰਗ ਕੀਤੀ ਆ ਹਰੀਸ਼ ਰਾਵਤ ਦੇ ਨਾਲ, ਜਿਹੜੇ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਕਮੇਟੀ ਦੇ, ਉਹ ਦਿੱਲੀ ਦੇ ਵਿੱਚ, ਦੇਖੋ ਉਹਨੇ ਕਿੱਦਾਂ ਉਹਨਾਂ ਨੂੰ ਬਰੰਗ ਚਿੱਠੀ ਵਾਂਗੂ ਵਾਪਸ ਭੇਜ ਦਿੱਤਾ। ਜਾਣੀ ਕਿ ਇਹ ਜਿਹੜੇ ਮਸਲੇ ਮੁੱਦੇ ਲੈ ਕੇ ਗਏ ਸੀ ਵੀ ਸਾਡੀ ਜਿਹੜੀ ਗੌਰਮੈਂਟ ਦੇ ਨੁਮਾਇੰਦੇ ਆ, ਜਿਹੜੇ ਹੈਗੇ ਆ ਪੁਲਿਸ ਅਧਿਕਾਰੀ ਆ ਜਾਂ ਹੋਰ ਵੀ ਆ, ਉਹ ਸਾਡੀ ਗੱਲ ਨਹੀਂ ਸੁਣਦੇ, ਜਾਂ ਉਹ ਕੈਪਟਨ ਦੀ ਸੁਣਦੇ ਆ ਜਾਂ ਬਾਦਲਾਂ ਦੀ ਸੁਣਦੇ ਆ, ਸਾਡੇ ਪੱਲੇ ਕੁਛ ਨਹੀਂ ਹੈਗਾ, ਪਰ ਉਹਨਾਂ ਨੂੰ ਬਰੰਗ ਚਿੱਠੀ ਵਾਂਗੂ ਮੁੜਨਾ ਪਿਆ।
ਸਿੱਧੂ ਦੇ ਦੇਖੋ ਪੱਲੇ ਕੁਛ ਨਹੀਂ ਹੈਗਾ, ਤੇ ਨਾਲ ਹੀ ਨਾ ਹੀ ਸਿੱਧੂ ਦੇ ਜਿਹੜੇ ਬੱਸ ਦੇ ਵਿੱਚ ਚੜੇ ਹੋਏ ਸੀਗੇ ਉਹਨਾਂ ਦੇ ਪੱਲੇ ਆ, ਕਿਉਂਕਿ ਉਹ ਸਾਰੇ ਹੀ ਕਾਣੇ ਆ। ਕੋਈ ਰੇਤਿਆਂ ਦਾ ਕਾਰੋਬਾਰ ਆ ਕਿਸੇ ਦਾ ਕੋਈ ਬੱਸਾਂ ਦਾ ਕਾਰੋਬਾਰ ਆ। ਸੋ ਇਹੋ ਜਿਹੇ ਹਾਲਾਤ ਸਿੱਧੂ ਦੇ ਬਣ ਗਏ ਆ ਵੀ ਸਿੱਧੂ ਦੇਖੋ ਇਹੋ ਜਿਹਾ ਟਾਈਮ ਨਾ ਕਿਤੇ ਸਿੱਧੂ ਤੇ ਆ ਜਾਵੇ, ਜੇ ਉਹ ਨਾ ਹਟਿਆ ਤਾਂ ਕਿਤੇ ਉਹ ਫਿਰ ਸਟੰਪ ਆਊਟ ਹੋ ਕੇ ਤਾਂ ਉਹਨੂੰ ਫਿਰ ਘਰ ਆਪਣੀ ਬੱਸ ਦੇ ਵਿੱਚ ਚੜ੍ਹ ਕੇ ਨਾ ਆਉਣਾ ਪਵੇ, ਤਾਂ ਹੋਰ ਤਾਂ ਕੋਈ ਪਾਰਟੀ ਵੀ ਹੈ ਨਹੀਂ ਕਿ ਵੀ ਜਿਹੜੀ ਉਹਨੂੰ ਲੈ ਲਵੇ। ਜੀ ਸਾਡੇ ਕੋਲ 2 ਮਿੰਟ ਨੇ, 2 ਮਿੰਟਾਂ ਦੇ ਵਿੱਚ ਅਸੀਂ ਤਾਲਿਬਾਨ ਦੀ ਗੱਲ ਕਰਦੇ ਜਾਈਏ ਭਗਵੰਤ ਜੀ। ਵਾਅਦਿਆਂ ਤੋਂ ਮੁੱਕਰਿਆ, ਜੋ ਪਹਿਲਾਂ ਉਹਨੇ ਵਾਅਦੇ ਕੀਤੇ ਵੀ ਔਰਤਾਂ ਨੂੰ ਕੁਝ ਨਹੀਂ ਕਰੇਗਾ, ਲੇਕਿਨ ਸਾਰਾ ਕੁਝ ਉਹਨੂੰ ਪਹਿਲਾਂ ਵਾਲਾ ਸ਼ੁਰੂ ਕਰ ਲਿਆ। ਅਸਲ 'ਚ ਮਿੰਟ 2 ਹੈਗੇ, ਸਬਜੈਕਟ ਤਾਂ ਬਹੁਤ ਵੱਡਾ। ਹਾਂਜੀ, ਤਾਲਿਬਾਨ ਜਿਹੜਾ ਹੈਗਾ ਸੀਗਾ, ਤਾਲਿਬਾਨੀ ਜੇ ਕਾਲ ਆ ਤਾਂ ਕਾਲ ਲੈ ਲੈਣਾ ਜੀ। ਇਹ ਤਾਲਿਬਾਨੀ ਜਿਹੜੇ ਹੈਗੇ ਨੇ ਇਹ ਅਸਲ ਦੇ ਵਿੱਚ ਆਪਣੇ ਅਮਰੀਕਾ ਦੇ ਪੈਦਾ ਕੀਤੇ ਹੋਏ ਅਲ-ਕਾਇਦਾ, ISI, ਇਹ ਸਾਰੇ ਅਮਰੀਕਾ ਦੇ ਪੈਦਾ ਕੀਤੇ ਨੇ। ਤਾਲਿਬਾਨੀ ਇੱਕ ਫਿਰਕੂ ਜਥੇਬੰਦੀ ਆ, ਬਹੁਤ ਹੀ ਫੰਡਾਮੈਂਟਲਿਸਟ ਨੇ, ਜਿਹੜੇ ਕਿ ਇੱਕ ਜਿਹੜਾ ਕੁਝ ਤੁਹਾਡੇ ਸਾਹਮਣੇ ਆਇਆ ਕਾਫੀ ਕੁਝ ਹੈਗਾ ਜਿਹੜਾ ਕਰਨਾ। ਵੀ ਹੁਣ ਗੱਲ ਆਪਾਂ ਇੱਥੇ ਲੈਣੇ ਕਿ ਜਿਹੜਾ ਜੋ ਸਮਝੌਤਾ ਪਿਛਲੇ ਸਾਲ ਫਰਵਰੀ ਦੇ ਵਿੱਚ ਡੋਨਾਲਡ ਟਰੰਪ ਨੇ ਕੀਤਾ ਸੀਗਾ, ਉਸ ਦੇ ਤਹਿਤ ਸਭ ਕੁਝ ਇਹ ਕੁਝ ਹੋਇਆ ਆ। ਪਰ ਇਹ ਜਿਹੜੀ ਤਾਲਿਬਾਨ ਡੱਡੂਆਂ ਦੀ ਪੰਸੇਰੀ ਆ, ਉਹਨਾਂ ਦੇ ਆਪਣੇ ਆਪਣੇ 20 ਗਰੁੱਪ ਨੇ, ਉਹਨਾਂ ਦੇ ਵਿੱਚ ਨਾਲ ISI ਉਹ ਵੀ ਭਾਰੂ ਹੁੰਦੇ ਪਏ ਨੇ। ਉਹ ਸਾਰਾ ਕੁਝ ਰਲ ਕੇ ਇਹ ਹੋਇਆ ਕਿ ਜੋ ਸਮਝੌਤਾ ਜਿਸ ਤਰ੍ਹਾਂ ਉਹਨਾਂ ਨੇ ਰਾਜ ਕਰਦੇ ਅਮਰੀਕਾ ਨੇ ਸੋਚਿਆ ਸੀਗਾ ਉਸ ਤਰ੍ਹਾਂ ਨਹੀਂ ਚੱਲਿਆ, ਤੇ ਲੋਕਾਂ ਦੀ ਜਾਨ ਉੱਥੇ ਮੁੜ ਕੇ ਫੇਰ 20 ਸਾਲ ਬਾਅਦ ਉਸ ਤਰ੍ਹਾਂ ਹੀ ਸਕੰਜੇ ਦੇ ਵਿੱਚ ਆਈ ਆ। ਤੇ ਉਹ ਕਹਿੰਦੇ ਤਾਂ ਹੈਗੇ ਨੇ ਕਿ ਅਸੀਂ ਔਰਤਾਂ ਨੂੰ ਉਹਨਾਂ ਦੇ ਜਿਹੜੇ ਹੱਕ ਦੇਵਾਂਗੇ, ਬੱਚਿਆਂ ਨੂੰ ਪੜ੍ਹਾਈ ਦਾ ਇੰਤਜ਼ਾਮ ਕਰਾਂਗੇ। ਇਹਦਾ ਸਮਾਂ ਆਉਣ ਵਾਲਾ ਦੱਸੂਗਾ, ਪਰ ਜਿਹੜੇ ਲੋਕ ਦੱਸ ਸਕਦੇ ਆ, ਜਿਹੜੇ ਦੱਸਦੇ ਆ, ਅਸੀਂ ਕਹਾਂਗੇ ਕਿ ਉੱਥੇ ਕੁਝ ਨਹੀਂ ਹੋਣਾ, ਆਹੀ ਕੁਝ ਚੱਲਣਾ ਆ। ਉਹ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਹੀ ਮਾਰਨਾ ਕੁੱਟਣਾ ਆ, ਤੇ ਉਹਨਾਂ ਨੂੰ ਉਹਨਾਂ ਦੇ ਨਾਸੇ ਹੀ ਉਹਨਾਂ ਨੇ ਇਸਲਾਮ ਸਿਖਾਉਣਾ ਆ, ਪੜ੍ਹਾਉਣਾ ਆ। ਤੇ ਇਹ ਆਮ ਲੋਕ ਇਸ ਦੇ ਜਿਹੜਾ ਕਿ ਤੁਸੀਂ ਦੇਖ ਚੁੱਕੇ ਹੋ ਉਹ ਕਿਸ ਤਰ੍ਹਾਂ ਹੁਣ ਕੁਝ ਕਰਦੇ ਪਏ ਨੇ। ਇਹਦੇ ਬਾਰੇ ਕਾਫੀ ਲੰਬਾ ਸਬਜੈਕਟ, ਫਿਰ ਅਗਲੇ ਹਫਤੇ ਆਪਾਂ ਗੱਲ ਕਰਾਂਗੇ ਜ਼ਰੂਰ। ਬਿਲਕੁਲ ਜੀ ਭਗਵੰਤ ਜੀ, ਉਹਨਾਂ ਦਾ ਸਮਾਂ ਉਹ ਦੱਸਣਗੇ, ਤੁਹਾਡਾ ਸਮਾਂ ਮੈਂ ਦੱਸਾਂਗਾ ਕਿ ਸਾਡੇ ਕੋਲ ਬਿਲਕੁਲ 33-34 ਸੈਕਿੰਡ ਰਹਿ ਗਏ ਨੇ। ਸੋ ਪਿਆਰੇ ਦਰਸ਼ਕੋ, ਤੁਸੀਂ ਅੱਜ ਬਹੁਤ ਸੋਹਣੀ ਸਾਡੇ ਨਾਲ ਗੱਲਾਂ ਕੀਤੀਆਂ। ਇੰਨੀਆਂ ਕੁ ਗੱਲਾਂ ਹੁੰਦੀਆਂ ਰਹੇ, ਤੁਹਾਨੂੰ ਵੀ ਚੰਗਾ ਲੱਗੇ, ਸਾਨੂੰ ਵੀ ਚੰਗਾ ਲੱਗੇ, ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੇ। ਇਹ ਨਹੀਂ ਮੈਂ ਕਹਿੰਦਾ ਕਿ ਤੁਹਾਡੇ ਮਨ 'ਚ ਜੇ ਇਹ ਤੋਂ ਬਿਨਾਂ ਕੋਈ ਹੋਰ ਗੱਲ ਹੈਗੀ ਆ ਉਹ ਨਾ ਕਰੋ, ਲੇਕਿਨ ਸੁਣੋ ਵੀ। ਜਦੋਂ ਅਸੀਂ ਕੁਝ ਕਹਿੰਦੇ ਆ ਸਾਨੂੰ ਵੀ ਜਵਾਬ ਦਿਓ, ਕਿਉਂਕਿ ਅਸੀਂ ਵੀ ਸਿੱਖਣਾ ਤੁਹਾਡੇ ਕੋਲੋਂ। ਅਸੀਂ ਇਹ ਨਹੀਂ ਹੈਗਾ ਵੀ ਇੱਥੇ ਬੈਠੇ ਸੀ ਤੁਹਾਨੂੰ ਸਿਖਾਲਦੇ, ਤੁਹਾਡੇ ਕੋਲੋਂ ਸਿੱਖਣਾ। ਜੋ ਵੀ ਤੁਸੀਂ ਕਾਲ ਕਰਦੇ ਆ ਸਾਨੂੰ ਦੱਸਿਆ ਕਰੋ ਵੀ ਕਿਹੜੀ ਗੱਲ ਅਸੀਂ ਦਰੁਸਤ ਨਹੀਂ ਕੀਤੀ, ਤਾਂ ਕਿ ਉਹਨੂੰ ਸੈੱਟ ਕਰ ਸਕੇ, ਲੇਕਿਨ ਸੁਣਿਆ ਕਰੋ। ਜੈ ਗੁਰਦੇਵ, ਜੈ ਭੀਮ। ਇਸ ਦੇ ਨਾਲ ਹੀ ਅੱਜ